ਦੁਨੀਆ ਭਰ ਵਿੱਚ ਬਾਜ਼ ਟੀਵੀ ਨੂੰ ਦੇਖ ਰਹੇ ਸਰੋਤਿਆਂ ਨੂੰ ਦਵਿੰਦਰ ਸਿੰਘ ਵੱਲੋਂ ਵਾਸ਼ਿੰਗਟਨ ਡੀਸੀ ਤੋਂ ਪਿਆਰ ਭਰੀ ਸਤਿ ਸ੍ਰੀ ਅਕਾਲ। ਅਸੀਂ ਤੁਹਾਡਾ ਹਰਮਨ ਪਿਆਰਾ ਪ੍ਰੋਗਰਾਮ ਅਮਰੀਕਨ ਪੋਲਿਟਿਕਸ ਵਿਦ ਦਵਿੰਦਰ ਸਿੰਘ ਵਾਸ਼ਿੰਗਟਨ ਡੀਸੀ ਤੋਂ ਲੈ ਕੇ ਹਾਜ਼ਰ ਹੋਏ ਹਾਂ। ਅੱਜ ਦੇ ਪ੍ਰੋਗਰਾਮ ਦੇ ਵਿੱਚ ਅਸੀਂ ਜਿੱਥੇ ਅਮਰੀਕਨ ਪੋਲਿਟਿਕਸ ਬਾਰੇ ਗੱਲਬਾਤ ਕਰਾਂਗੇ, ਉੱਥੇ ਨਾਲ ਹੀ ਨਾਲ ਜਿਹੜਾ ਸਾਡਾ ਮੇਨ ਹੋਏਗਾ ਅਸੀਂ ਹਿਊਮਨ ਰਾਈਟਸ ਤੇ ਕਰਾਂਗੇ, ਕਿਉਂਕਿ ਸਾਰਿਆਂ ਨੂੰ ਪਹਿਲਾਂ ਅਸੀਂ ਬਾਜ਼ ਟੀਵੀ ਦੇ ਜਿੰਨੇ ਵੀ ਸਰੋਤੇ ਹਨ ਉਹਨਾਂ ਨੂੰ ਸਾਹਿਬ ਸ੍ਰੀ ਗੁਰੂ ਤੇਗ ਬਹਾਦਰ ਜੀ ਦਾ 400 ਸਾਲਾ ਪ੍ਰਕਾਸ਼ ਦਿਹਾੜਾ, ਜੋ ਕਿ ਮੂਲ ਨਾਨਕ ਸਾਈ ਕੈਲੰਡਰ ਮੁਤਾਬਕ ਅਪ੍ਰੈਲ 18 ਸੰਡੇ ਨੂੰ ਆ ਰਿਹਾ, ਕਿਉਂਕਿ ਸਾਡਾ ਪ੍ਰੋਗਰਾਮ ਟਿਊਜ਼ਡੇ ਹੀ ਪਲੇ ਹੁੰਦਾ ਹੈ ਤੇ ਉਸ ਤੋਂ ਬਾਅਦ ਸੰਡੇ ਨੂੰ ਜਿਹੜਾ ਹੈਗਾ ਵਾ ਉਹ 400 ਸਾਲਾ ਪ੍ਰਕਾਸ਼ ਦਿਹਾੜਾ ਸਿੱਖ ਜਗਤ ਨੇ ਮਨਾਉਣਾ ਹੈ। ਤੇ ਨਾਲ ਹੀ ਜੋ ਸਾਡਾ ਖਾਲਸੇ ਦਾ ਸਾਜਨਾ ਦਿਵਸ ਹੈ ਉਹ ਵੀ ਮੂਲ ਨਾਨਕ ਸਾਈ ਕੈਲੰਡਰ ਮੁਤਾਬਕ 14 ਤਰੀਕ ਨੂੰ, ਤੇ ਜੋ ਰੈਗੂਲਰ SGPC ਦਾ ਕੈਲੰਡਰ ਜੋ ਉਹ ਫਾਲੋ ਕਰ ਰਹੇ ਨੇ ਉਹਦੇ ਮੁਤਾਬਕ ਉਹਨਾਂ 13 ਤਰੀਕ ਨੂੰ ਮਨਾਉਣਾ ਹੈ। ਸੋ ਅਸੀਂ ਸਾਰੇ ਸਰੋਤਿਆਂ ਨੂੰ ਸਾਰਿਆਂ ਨੂੰ ਪਹਿਲਾਂ ਗੁਰੂ ਤੇਗ ਬਹਾਦਰ ਜੀ ਦੇ ਪ੍ਰਕਾਸ਼ ਦਿਹਾੜੇ ਦੀ ਇੱਕ ਵਾਰ ਫਿਰ ਲੱਖ ਲੱਖ ਵਧਾਈ ਦਿੰਦੇ ਹਾਂ। ਜਿਵੇਂ ਸਰੋਤਿਆਂ ਨੂੰ ਪਤਾ ਹੈ ਕਿ ਅਮਰੀਕਾ ਦੇ ਵਿੱਚ ਸਪੈਸ਼ਲੀ ਅਮਰੀਕਾ ਦੀ ਜਿਹੜੀ ਨਿਊ ਜਰਸੀ ਸਟੇਟ ਹੈ, ਉਸ ਸਟੇਟ ਨੇ ਗੁਰੂ ਤੇਗ ਬਹਾਦਰ ਜੀ ਬਾਰੇ ਜੋ ਹੈ ਹਿਊਮਨ ਰਾਈਟਸ ਮੰਥ ਦੇ ਤੌਰ ਤੇ ਉਹਨਾਂ ਦੇ ਪ੍ਰਕਾਸ਼ ਦਿਹਾੜੇ ਦੇ ਸੰਬੰਧ ਵਿੱਚ ਹਿਊਮਨ ਰਾਈਟਸ ਡੇ ਮੰਥ ਮਨਾਉਣ ਦੀ ਗੱਲ ਕੀਤੀ ਹੈ, ਕਿਉਂਕਿ ਨਿਊ ਜਰਸੀ ਇੱਕ ਜਿਹੜੀ ਹੈਗੀ ਆ ਪਾਪੂਲੇਸ਼ਨ ਮੁਤਾਬਕ ਕਾਫੀ ਵੱਡੀ ਸਟੇਟ ਹੈ, ਉਹਦੀ ਪਾਪੂਲੇਸ਼ਨ ਵੀ ਕਾਫੀ ਹੈ, ਤੇ ਉਸ ਸਟੇਟ ਦੇ ਦੋਨਾਂ ਹਾਊਸਿਸ ਵੱਲੋਂ ਇਹ ਪਾਸ ਕਰਨਾ ਸਿੱਖਾਂ ਲਈ ਬੜੀ ਖੁਸ਼ੀ ਦੀ ਗੱਲ ਹੈ ਕਿ ਉਹਨਾਂ ਨੇ ਗੁਰੂ ਤੇਗ ਬਹਾਦਰ ਜੀ ਮਹਾਰਾਜ ਦੇ 400 ਸਾਲੇ ਪ੍ਰਕਾਸ਼ ਦਿਹਾੜੇ ਦੇ ਸੰਬੰਧ ਵਿੱਚ ਇਹ ਦਿਨ, ਇਹ ਮਹੀਨਾ ਜਿਹੜਾ ਹੈਗਾ ਉਹਨੂੰ ਹਿਊਮਨ ਰਾਈਟਸ ਮੰਥ ਦੀ ਗੱਲ ਕੀਤੀ। ਤੇ ਇਸ ਤੋਂ ਬਿਨਾਂ ਅਮਰੀਕਾ ਦੀਆਂ ਹੋਰ ਜਿਹੜੀਆਂ ਲੋਕਲ ਗਵਰਨਮੈਂਟਸ ਹਨ ਜਿਨ੍ਹਾਂ ਦੇ ਵਿੱਚ ਸਿਟੀਜ਼ ਕਾਉਂਟੀਜ਼ ਆ ਰਹੀਆਂ ਨੇ, ਤੇ ਉਹਨਾਂ ਵੱਲੋਂ ਵੀ ਬਹੁਤ ਜ਼ੋਰਾਂ ਸ਼ੋਰਾਂ ਦੇ ਨਾਲ ਜੋ ਅਪ੍ਰੈਲ ਦਾ ਮਹੀਨਾ ਹੈ ਉਹਦੇ ਬਾਰੇ ਰੈਜੂਲੇਸ਼ਨਸ ਜਾਂ ਪ੍ਰੋਕਲੇਮੇਸ਼ਨ ਪਾਸ ਕੀਤੇ ਜਾ ਰਹੇ ਨੇ। ਸੋ ਕੁੱਲ ਮਿਲਾ ਕੇ ਇਹ ਜੋ ਅਮਰੀਕਾ ਦੇ ਵਿੱਚ ਸਿੱਖ ਭਾਈਚਾਰਾ ਰਹਿ ਰਿਹਾ ਹੈ ਉਹਨਾਂ ਦੀ ਮੈਂ ਤੇ ਕਹਾਂਗਾ ਬੜੀ ਵੱਡੀ ਪ੍ਰਾਪਤੀ ਹੈ ਕਿ ਉਹ ਇੱਥੇ ਦੀਆਂ ਜਿਹੜੀਆਂ ਗਵਰਨਮੈਂਟਸ ਹਨ ਉਹਨਾਂ ਤੱਕ ਬੜੀ ਉਹਨਾਂ ਨੇ ਰੀਚ ਕਰਨੀ ਸ਼ੁਰੂ ਕਰ ਦਿੱਤੀ ਹੈ। ਇਹਦੇ ਸੰਬੰਧ ਵਿੱਚ ਹੀ ਅੱਜ ਹੀ ਜੋ ਵਰਜੀਨੀਆ ਦੀ ਸੈਕੰਡ ਲਾਰਜੈਸਟ ਕਾਉਂਟੀ ਹੈ ਪ੍ਰਿੰਸ ਵਿਲੀਅਮ ਕਾਉਂਟੀ, ਉਹਦੀ ਜਿਹੜੇ ਬੋਰਡ ਆਫ ਸੁਪਰਵਾਈਜ਼ਰ ਤੇ ਕਾਉਂਟੀ ਚੇਅਰਮੈਨ ਆ ਉਹਦੇ ਵੱਲੋਂ ਵੀ ਜਿਹੜਾ ਹੈਗਾ ਗੁਰੂ ਤੇਗ ਬਹਾਦਰ ਜੀ ਮਹਾਰਾਜ ਦੇ 400 ਸਾਲਾ ਪ੍ਰਕਾਸ਼ ਦਿਹਾੜੇ ਦੇ ਸੰਬੰਧ ਵਿੱਚ ਹਿਊਮਨ ਰਾਈਟਸ ਮੰਥ ਦੇ ਤੌਰ ਤੇ ਉਹਨੂੰ ਮਨਾਇਆ ਜਾਏਗਾ। ਸੋ ਹਿਊਮਨ ਰਾਈਟਸ ਦੀ ਗੱਲ ਅਸੀਂ ਇਸ ਕਰਕੇ ਕਰਾਂਗੇ ਅੱਜ ਅਮਰੀਕਨ ਪੋਲਿਟਿਕਸ ਦੇ ਨਾਲ ਕਿਉਂਕਿ ਗੁਰੂ ਤੇਗ ਬਹਾਦਰ ਜੀ ਮਹਾਰਾਜ ਨੇ ਜਿਹੜੀ ਸ਼ਹਾਦਤ ਦਿੱਤੀ ਉਹ ਇੱਕ ਹਿਊਮਨ ਰਾਈਟਸ ਨੇ ਜਿਹੜੇ ਉਹਨੂੰ ਡਿਫੈਂਡ ਕਰਨ ਦੀ ਬਹੁਤ ਵੱਡੀ ਉਦਾਹਰਨ ਹੈ। ਇਸ ਤੋਂ ਵੱਡੀ ਉਦਾਹਰਨ ਦੁਨੀਆ ਦੇ ਵਿੱਚ ਸ਼ਾਇਦ ਕੋਈ ਹੀ ਮਿਲਦੀ ਹੋਵੇ ਜਿੱਥੇ ਗੁਰੂ ਤੇਗ ਬਹਾਦਰ ਜੀ ਮਹਾਰਾਜ ਨੇ ਹਿੰਦੂ ਧਰਮ ਨੂੰ ਬਚਾਉਣ ਲਈ, ਸਾਰੇ ਆਪਾਂ ਇਤਿਹਾਸ ਜਾਣਦੇ ਹਾਂ ਇਸ ਕਰਕੇ ਟਾਈਮ ਵੀ ਬਹੁਤ ਥੋੜ੍ਹਾ ਹੈ, ਮੈਂ ਉਸ ਵੱਲ ਨਹੀਂ ਜਾਵਾਂਗਾ, ਪਰ ਹਿੰਦੂ ਉਹਨਾਂ ਨੂੰ ਇਸੇ ਕਰਕੇ ਹਿੰਦ ਦੀ ਚਾਦਰ ਵੀ ਕਿਹਾ ਜਾਂਦਾ ਹੈ ਕਿ ਉਹਨਾਂ ਨੇ ਹਿੰਦੂ ਧਰਮ ਨੂੰ ਸੇਵ ਕਰਨ ਲਈ ਉਸ ਵੇਲੇ ਆਪਣੀ ਜਿਹੜੀ ਸ਼ਹਾਦਤ ਦਿੱਤੀ, ਤੇ ਉਹ ਸ਼ਹਾਦਤ ਜਿਹੜੀ ਹੈਗੀ ਆ ਉਹ ਵੀ ਆਪਾਂ ਬੜੀ ਸ਼ਰਧਾ ਦੇ ਨਾਲ ਮਨਾਉਂਦੇ ਹਾਂ। ਸੋ ਜਿਹੜੇ ਹਿਊਮਨ ਰਾਈਟਸ ਨੇ, ਇਹ ਜਿਹੜੇ ਹਿਊਮਨ ਰਾਈਟਸ ਤੇ ਸਿਵਲ ਰਾਈਟਸ, ਕਈ ਵਾਰੀ ਜਿਹੜੇ ਹੈਗੇ ਅਸੀਂ ਕਨਫਿਊਜ਼ ਹੋ ਜਾਂਦੇ ਹਾਂ ਕਿ ਸਿਵਲ ਰਾਈਟਸ ਤੇ ਹਿਊਮਨ ਰਾਈਟਸ ਨੂੰ ਇੱਕ ਕਰ ਲੈਂਦੇ ਹਾਂ। ਨਹੀਂ, ਇਹਨਾਂ ਦੇ ਵਿੱਚ ਬਹੁਤ ਜ਼ਿਆਦਾ ਫਰਕ ਹੈ। ਜਿਹੜੇ ਤਾਂ ਸਿਵਲ ਰਾਈਟਸ ਨੇ ਉਹ ਤਾਂ ਕਿਸੇ ਵੀ ਦੇਸ਼ ਦੇ ਕਨਸਟੀਟਿਊਸ਼ਨ ਦੇ ਵਿੱਚ ਜਿਹੜੇ ਉੱਥੇ ਦੇ ਵਸਿੰਦੇ ਨੇ, ਸ਼ਹਿਰੀ ਨੇ, ਉਹਨਾਂ ਨੂੰ ਜਿਹੜੇ ਅਧਿਕਾਰ ਦਿੱਤੇ ਜਾਂਦੇ ਨੇ ਉਹਨਾਂ ਨੂੰ ਸਿਵਲ ਰਾਈਟਸ ਕਿਹਾ ਜਾਂਦਾ, ਕਿਉਂਕਿ ਆਪਾਂ ਅਮਰੀਕਨ ਪੋਲਿਟਿਕਸ ਦੇ ਆਧਾਰ ਤੇ ਹੀ ਗੱਲ ਕਰਨੀ ਹੈ। ਜਿਵੇਂ ਅਮਰੀਕਾ ਦੇ ਵਿੱਚ ਜਿਹੜੇ ਸਿਵਲ ਰਾਈਟਸ ਹਨ, ਜਿਵੇਂ ਤੁਹਾਨੂੰ ਵੋਟ ਟੂ ਰਾਈਟ ਇੱਕ ਬੜੀ ਵੱਡੀ ਉਦਾਹਰਨ ਹੈ ਸਿਵਲ ਰਾਈਟਸ ਦੀ। ਤੇ ਇਸ ਤੋਂ ਬਾਅਦ ਸਿਵਲ ਰਾਈਟ ਦੇ ਵਿੱਚ ਫੇਅਰ ਟ੍ਰਾਇਲ, ਅਗਰ ਕੋਈ ਬੰਦਾ ਕਿਸੇ ਕ੍ਰਾਈਮ ਦੇ ਵਿੱਚ, ਅਮਰੀਕਾ ਦੇ ਵਿੱਚ ਬੜੀ ਖੂਬਸੂਰਤੀ ਹੈ ਕਿ ਜਿੰਨਾ ਚਿਰ ਕੋਰਟ ਸਿਸਟਮ, ਜਿਊਰੀ ਸਿਸਟਮ, ਜੱਜ ਸਾਹਿਬਾਨ ਉਸ ਬੰਦੇ ਨੂੰ ਜਿਹੜਾ ਜਿਹਨੇ ਕ੍ਰਾਈਮ ਕੀਤਾ ਉਹਨੂੰ ਗਿਲਟੀ ਨਹੀਂ ਕਹਿੰਦੇ, ਉਹਨਾਂ ਚਿਰ ਉਹ ਇਨੋਸੈਂਟ ਹੈ। ਸੋ ਸਿਵਲ ਰਾਈਟਸ ਦੇ ਵਿੱਚ ਸਾਡਾ ਜਿਹੜਾ ਹੈਗਾ ਫੇਅਰ ਟ੍ਰਾਇਲ ਸਾਡੇ ਸਿਵਲ ਰਾਈਟਸ ਦਾ ਇੱਕ ਹਿੱਸਾ ਹੈਗਾ। ਇਸ ਤੋਂ ਬਾਅਦ ਜਿਹੜੀ ਗਵਰਨਮੈਂਟ ਦੇ ਵਿੱਚ ਵੱਲੋਂ ਜਿਹੜੀਆਂ ਵੀ ਫੈਸਿਲਿਟੀਜ਼ ਨੇ ਉਹਨਾਂ ਨੂੰ ਯੂਜ਼ ਕਰਨਾ ਉਹ ਸਾਡਾ ਸਿਵਲ ਰਾਈਟਸ ਹੈਗਾ। ਤੇ ਇਸ ਤੋਂ ਬਿਨਾਂ ਜਿਹੜੀਆਂ ਆਪਣਾ ਪਬਲਿਕ ਐਜੂਕੇਸ਼ਨ ਹੈ ਉਹਨੂੰ ਵੀ ਆਪਾਂ ਕਹਿ ਸਕਦੇ ਹਾਂ ਕਿ ਸਿਵਲ ਰਾਈਟਸ ਹੈ। ਪਰ ਸਿਵਲ ਰਾਈਟਸ ਤੋਂ ਉੱਪਰ ਆਉਂਦੇ ਨੇ ਹਿਊਮਨ ਰਾਈਟਸ, ਜਿਨ੍ਹਾਂ ਦੀ
ਦੇ ਖਾਤਰ ਸਾਹਿਬ ਸ੍ਰੀ ਗੁਰੂ ਤੇਗ ਬਹਾਦਰ ਜੀ ਮਹਾਰਾਜ ਨੂੰ ਸ਼ਹਾਦਤ ਵੀ ਦੇਣੀ ਪਈ। ਤੇ ਅੱਜ ਵੀ ਦੁਨੀਆ ਦੇ ਵਿੱਚ ਜਿਹੜੇ ਹਿਊਮਨ ਰਾਈਟਸ ਹਨ ਉਹਨਾਂ ਨੂੰ ਕਿਤੇ ਨਾ ਕਿਤੇ ਜਾਣੇ ਵਿੱਚ ਤੇ ਬਹੁਤੀ ਵਾਰੀ ਅਣਜਾਣੇ ਦੇ ਵਿੱਚ ਵਾਇਓਲੇਟ ਕਰੀ ਜਾਂਦੇ ਆ। ਕਿਉਂਕਿ ਅਗਰ ਅਸੀਂ ਆਪਾਂ ਜਿਹੜੇ ਹਿਊਮਨ ਰਾਈਟਸ ਹਨ ਉਹਨਾਂ ਵੱਲ ਨਿਗਾਹ ਮਾਰੀਏ, ਜਿਹੜੇ ਉਹਨਾਂ ਦੀ ਮੇਨ ਹੈਗੀ ਆ, ਹਿਊਮਨ ਰਾਈਟਸ ਤੁਹਾਡੇ ਸ਼ੁਰੂ ਹੁੰਦੇ ਨੇ ਤੁਹਾਡੇ ਜਨਮ ਤੋਂ ਲੈ ਕੇ ਮਰਨ ਤੱਕ। ਜਿਸ ਦਿਨ ਤੋਂ ਬੰਦਾ ਜੋ ਵੀ ਇਨਸਾਨ ਹੈ ਇਸ ਦੁਨੀਆ ਵਿੱਚ ਆ ਗਿਆ, ਉਹਦੇ ਹਿਊਮਨ ਰਾਈਟਸ ਸਾਰਿਆਂ ਦੇ ਬਰਾਬਰ ਨੇ, ਕਿਉਂਕਿ ਉਹਨੂੰ ਰਹਿਣ ਦਾ ਹੱਕ ਹੈ। ਉਹ ਜਿਵੇਂ ਵੀ ਰਹਿਣਾ ਚਾਹੁੰਦਾ ਉਹਨੂੰ ਉਹਦਾ ਪੂਰਾ ਹੱਕ ਹੈ। ਇਹ ਹਿਊਮਨ ਰਾਈਟਸ ਦਾ ਬੇਸਿਕ ਪ੍ਰਿੰਸੀਪਲ ਹੈਗਾ, ਬੇਸਿਕ ਸਿਧਾਂਤ ਹੈਗਾ। ਤੇ ਉਹ ਲੈ ਜਿਵੇਂ ਵੀ ਉਹ ਜਿਉਣਾ ਚਾਹੁੰਦਾ ਉਹਨੂੰ ਰਹਿ ਸਕਦਾ। ਤੇ ਨਾਲ ਹੀ ਹਿਊਮਨ ਰਾਈਟਸ ਦਾ ਜਿਹੜਾ ਵੱਡਾ ਹੋਰ ਫੈਕਟ ਹੈ ਉਹ ਹੈ ਪਰਸਨਲ ਸਿਕਿਉਰਿਟੀ। ਕਿਉਂਕਿ ਜਿਹੜਾ ਵੀ ਹਿਊਮਨ ਬੀਇੰਗ ਇਸ ਦੁਨੀਆ ਦੇ ਵਿੱਚ ਆਇਆ ਹੈ ਉਹਨੂੰ ਜਿਵੇਂ ਰਹਿਣ ਦਾ ਪੂਰਾ ਹੱਕ ਹੈ ਤੇ ਉਹਨੂੰ ਪਰਸਨਲ ਸਿਕਿਉਰਿਟੀ ਦਾ ਵੀ ਪੂਰਾ ਹੱਕ ਹੈ। ਕਿਤੇ ਨਾ ਕਿਤੇ ਅਮਰੀਕਾ ਦੇ ਵਿੱਚ ਜਿਹੜੀ ਸੈਕੰਡ ਅਮੈਂਡਮੈਂਟ ਹੈ ਉਹ ਵੀ ਕਿਤੇ ਨਾ ਕਿਤੇ ਇਸ ਜਿਹੜੀ ਪਰਸਨਲ ਸਿਕਿਉਰਿਟੀ ਹੈ ਇਹਨੂੰ ਮੰਦੇ ਨਜ਼ਰ ਰੱਖ ਕੇ ਹੀ ਸ਼ਾਇਦ ਜਿਹੜੇ ਫਾਊਂਡਿੰਗ ਫਾਦਰਸ ਹਨ ਉਹਨਾਂ ਨੇ ਇਹਨੂੰ ਆਪਾਂ ਸੈਕੰਡ ਅਮੈਂਡਮੈਂਟ ਨੂੰ ਲਾਗੂ ਕੀਤਾ। ਕਿਉਂਕਿ ਜਿੰਨਾ ਚਿਰ ਤੁਹਾਡੀ ਪਰਸਨਲ ਸਿਕਿਉਰਿਟੀ ਨਹੀਂ ਹੈ ਤੇ ਉਹਨਾਂ ਚਿਰ ਨਹੀਂ। ਤੇ ਹੁਣ ਜੇ ਆਪਾਂ ਨਿਗਾਹ ਮਾਰੀਏ, ਚਾਹੇ ਇੱਥੇ ਮਾਰੀਏ ਚਾਹੇ ਇੰਡੀਆ ਦੇ ਵਿੱਚ ਵੀ ਗੱਲ ਮਾਰੀਏ, ਦੁਨੀਆ ਦੇ ਵਿੱਚ ਜਿਹੜੀਆਂ ਵੱਡੀਆਂ ਪਾਵਰਸ ਨੇ ਉਹ ਆਮ ਬੰਦੇ ਤੋਂ ਜਿਹੜਾ ਇੱਕ ਉਹਦਾ ਹਿਊਮਨ ਬੇਸਿਕ ਰਾਈਟ ਹੈ ਰਹਿਣ ਦਾ, ਲਿਵ ਕਰਨ ਦਾ, ਉਹ ਵੀ ਕਿਤੇ ਨਾ ਕਿਤੇ ਖੋਹਣ ਦੀ ਕੋਸ਼ਿਸ਼ ਕਰ ਰਹੀਆਂ ਨੇ। ਸੋ ਅੱਜ ਗੁਰੂ ਤੇਗ ਬਹਾਦਰ ਜੀ ਦੇ ਪ੍ਰਕਾਸ਼ ਦਿਹਾੜੇ ਦੇ ਸੰਬੰਧ ਵਿੱਚ ਇੱਕ ਤਾਂ ਆਪਾਂ ਇਹਦੇ ਗੱਲ ਕਰਾਂਗੇ ਕਿ ਜਿਹੜਾ ਹਿਊਮਨ ਰਾਈਟਸ ਹੈ ਲੈਣ ਦਾ, ਕਿਤੇ ਇਹਨੂੰ ਵਾਇਓਲੇਟ ਕਿਵੇਂ ਕਰਦੇ ਆ। ਕਿਉਂਕਿ ਬਹੁਤੇ ਜਿਹੜੇ ਸਰੋਤੇ ਨੇ ਉਹ ਆਪਾਂ ਪੰਜਾਬ ਤੋਂ, ਇੰਡੀਆ ਤੋਂ ਮਾਈਗ੍ਰੇਟ ਹੋਏ ਨੇ। ਜਿਹੜੇ ਮੇਰੀ ਜਨਰੇਸ਼ਨ ਦੇ ਹਨ ਤੇ ਉਹ ਤੇ ਮੇਰੇ ਤੋਂ ਪਹਿਲੇ ਜਿਹੜੇ ਹੈਗੇ ਨੇ, ਉਹ ਇੱਕ ਗੱਲ ਤੇ ਆਪਾਂ ਮੰਨੀਏ ਜਾਂ ਨਾ ਮੰਨੀਏ, ਆਪਾਂ ਜਿਹੜੇ ਹਿਊਮਨ ਰਾਈਟਸ ਦੇ ਇਹ ਹੈਗੇ ਨੇ ਖੁਦ ਵੀ ਆਪਣੇ ਪਿੰਡਾਂ ਦੇ ਵਿੱਚ, ਸ਼ਹਿਰਾਂ ਦੇ ਵਿੱਚ ਜਿਹੜੀ ਡਿਸਕ੍ਰਿਮੀਨੇਸ਼ਨ ਆ ਉਹ ਹੁੰਦੀ ਦੇਖੀ ਹੈ। ਚਾਹੇ ਆਪ ਕਿਸੇ ਨੇ ਨਾ ਕੀਤੀ ਹੋਵੇ, ਉਹ ਹੁੰਦੀ ਦੇਖੀ ਆ, ਪਰ ਉਹ ਹਿਊਮਨ ਰਾਈਟਸ ਦੇ ਅਗੇਂਸਟ ਜਿਹੜਾ ਵਾਇਓਲੇਸ਼ਨ ਦੇ ਅਗੇਂਸਟ ਬੋਲਣ ਦੀ ਜਿਹੜੀ ਸਾਡੀ ਜ਼ਰੂਰਤ ਹੁੰਦੀ ਆ ਉਹ ਨਹੀਂ ਸੀ। ਮੈਂ ਆਪ ਐਡਮਿਟ ਕਰਦਾ ਮੈਂ ਜਦੋਂ 1991 'ਚ ਅਮਰੀਕਾ ਮਾਈਗ੍ਰੇਟ ਹੋਇਆ, ਇੱਥੇ ਆ ਕੇ ਉਹਦਾ ਪਤਾ ਲੱਗਿਆ। ਸੋ ਹਰ ਇੱਕ ਨੂੰ ਜਿਉਣ ਦਾ ਹੱਕ ਹੈ, ਪਰਸਨਲ ਸਿਕਿਉਰਿਟੀ ਉਹਦਾ ਹੱਕ ਹੈਗਾ, ਤੇ ਉਹਨੂੰ ਇਕੁਐਲਿਟੀ ਤੇ ਫਰੀਡਮ ਫਰੋਮ ਡਿਸਕ੍ਰਿਮੀਨੇਸ਼ਨ, ਉਹਨੂੰ ਜਿਹੜੀ ਪਰਸਨਲ ਜਿਹੜੀ ਹੈਗੀ ਆ ਇਕੁਐਲਿਟੀ ਹੋਣੀ ਚਾਹੀਦੀ ਹੈ ਤੇ ਫਰੀਡਮ ਚਾਹੀਦੀ ਹੈਗੀ ਆ। ਤੇ ਜਿਹੜੀ ਇਕੁਐਲਿਟੀ ਹੈ ਉਹ ਕਿਤੇ ਨਾ ਕਿਤੇ ਇੱਥੇ ਵੀ ਤੇ ਇੰਡੀਆ 'ਚ ਤਾਂ ਬਹੁਤ ਜ਼ਿਆਦਾ ਉਹ ਇਕੁਐਲਿਟੀ ਦੀਆਂ ਅਸੀਂ ਗੱਲਾਂ ਜ਼ਰੂਰ ਕਰਦੇ ਹਾਂ, ਪਰ ਉਹ ਇਕੁਐਲਿਟੀ ਕਿਤੇ ਨਾ ਕਿਤੇ ਵਾਇਓਲੇਟ ਰੋਜ਼ ਕਰਦੇ ਰਹਿੰਦੇ ਹਾਂ। ਪੰਜਾਬ ਦੇ ਵਿੱਚ ਸਾਡੇ ਧਾਰਮਿਕ ਅਦਾਰਿਆਂ ਦੇ ਵਿੱਚ ਵੀ ਤਕਰੀਬਨ ਲੇਟ 70s ਤੱਕ, 60s ਐਂਡ 70 ਤੱਕ ਜਿਨ੍ਹਾਂ ਨੂੰ ਅਸੀਂ ਨਾਨ ਟੱਚੇਬਲ ਕਹਿ ਦਿੰਦੇ ਹਾਂ, ਉਹਨਾਂ ਨੂੰ ਸੇਵਾ ਕਰਨ ਦਾ ਹੱਕ ਨਹੀਂ ਸੀ। ਸਾਰਿਆਂ ਨੂੰ ਵੱਡੀ ਉਦਾਹਰਨ ਜਦੋਂ ਗਿਆਨੀ ਦਿੱਤ ਸਿੰਘ, ਜਿਨ੍ਹਾਂ ਨੂੰ ਸੁਣਨ ਲਈ ਸਰੋਤੇ ਦੂਰੋਂ ਚੱਲ ਕੇ ਆਉਂਦੇ ਸੀ, ਪਰ ਜਦੋਂ ਉਹਨਾਂ ਨੂੰ ਦੇਖ ਦੇਣ ਦਾ ਟਾਈਮ ਹੁੰਦਾ ਸੀ ਉਹਨੂੰ ਕਹਿੰਦੇ ਸੀ ਤੁਸੀਂ ਪਿੱਛੇ ਜਾ ਕੇ ਖੜ ਜਾਓ। ਸੋ ਇਹ ਹਾਲ ਸੀ ਸਾਡੇ ਜਿਹੜੇ ਧਾਰਮਿਕ ਅਦਾਰੇ ਨੇ ਉਹਨਾਂ ਦਾ ਵੀ। ਸੋ ਸਾਨੂੰ ਅੱਜ ਅਗਰ ਅਸੀਂ ਦੁਨੀਆ ਦੇ ਵਿੱਚ ਹਿਊਮਨ ਰਾਈਟਸ ਦੀ ਗੱਲ ਕਰਦੇ ਹਾਂ ਤੇ ਸਾਨੂੰ ਆਪਣੇ ਅੰਦਰ ਵੀ ਝਾਤ ਮਾਰਨ ਦੀ ਲੋੜ ਹੈ ਕਿ ਜਿਹੜੇ ਹਿਊਮਨ ਰਾਈਟਸ ਜਿਹੜੇ ਹੈਗੇ ਨੇ ਵਾਇਓਲੇਟ ਹੋ, ਉਹਨਾਂ ਨੂੰ ਰੋਕਿਆ ਜਾਵੇ। ਅੱਜ ਵੀ ਕਿਤੇ ਨਾ ਕਿਤੇ ਉਹ ਜਾਰੀ ਨੇ, ਸਪੈਸ਼ਲੀ ਅਮਰੀਕਾ ਦੇ ਵਿੱਚ ਜਿਹੜੇ ਹਿਊਮਨ ਰਾਈਟਸ ਦੀ ਵਾਇਓਲੇਸ਼ਨ ਹਰ ਰੋਜ਼ ਹੁੰਦੀ ਆ। ਚਾਹੇ ਸਟੇਟ ਲੈਵਲ ਤੇ ਨਹੀਂ ਹੁੰਦੀ, ਸਰਕਾਰੀ ਪੱਧਰ ਤੇ ਘੱਟ ਹੁੰਦੀ ਆ, ਪਰ ਆਮ ਲੋਕਾਂ ਵੱਲੋਂ ਦੂਸਰਿਆਂ ਦੇ ਹਿਊਮਨ ਰਾਈਟਸ ਜਿਹੜੇ ਹੈਗੇ ਨੇ ਉਹਨਾਂ ਨੂੰ ਕਰਨ ਦਾ ਜਿੱਦਾਂ। ਤੇ ਇਸ ਤੋਂ ਬਿਨਾਂ ਜਿਹੜਾ ਹੋਰ ਵੱਡਾ ਹਿਊਮਨ ਰਾਈਟਸ ਹੈਗਾ ਕਿ ਉਹਦੇ ਵਿੱਚ ਇਹ ਹੈ ਵੀ ਜਿਹੜਾ ਬੰਦਾ ਇਸ ਦੁਨੀਆ ਤੇ ਹਿਊਮਨ ਬੀਇੰਗ ਆ, ਉਹਨੂੰ ਕਿਸੇ ਵੀ ਬੰਦੇ ਨੂੰ ਹੱਕ ਨਹੀਂ ਕਿ ਉਹਨੂੰ ਟੌਰਚਰ ਕਰੇ। ਪਰ ਜਿਹੜੀ ਟੌਰਚਰ ਦੀਆਂ ਉਦਾਹਰਨਾਂ ਨੇ ਉਹ ਇਕੱਲਾ ਟੌਰਚਰ ਫਿਜ਼ੀਕਲੀ ਨਹੀਂ, ਜਿਹੜਾ ਵਰਬਲੀ ਵੀ ਟੌਰਚਰ ਕਰਦੇ ਆ ਉਹ ਅੱਜ ਵੀ ਜਾਰੀ ਹੈ। ਤੇ ਗੁਰੂ ਤੇਗ ਬਹਾਦਰ ਜੀ ਦਾ ਪ੍ਰਕਾਸ਼ ਦਿਹਾੜਾ ਇਸੇ ਲਈ ਮਨਾਇਆ ਸਫਲ ਹੋਏਗਾ ਅਗਰ ਅਸੀਂ ਇਹ ਜਿਹੜਾ ਟੌਰਚਰ ਹੈ, ਇੱਕ ਤਾਂ ਜਿਹੜਾ ਸਟੇਟ ਲੈਵਲ ਤੇ, ਜਿਵੇਂ ਇੰਡੀਆ ਦੇ ਵਿੱਚ ਹੁਣੇ ਹੀ ਸਾਰੇ ਸਰੋਤਿਆਂ ਨੂੰ ਪਤਾ ਹੈ ਕਿ ਲੱਖਾ ਸਿਧਾਣਾ ਜੋ ਕਿ ਇੱਕ ਐਕਟਿਵਿਸਟ ਹੈ, ਪੰਜਾਬੀ ਨੌਜਵਾਨਾਂ ਦੀ ਜਿਹੜਾ ਤਰਜਮਾਨੀ ਕਰ ਰਿਹਾ ਹੈ, ਉਹਦੇ ਛੋਟੇ ਭਰਾ ਨੂੰ, ਉਹਦਾ ਕਸੂਰ ਕੋਈ ਨਹੀਂ ਸੀ, ਪੁਲਿਸ ਨੇ ਕੁੱਟ ਕੇ ਇੱਥੋਂ ਤੱਕ ਉਹਨੂੰ ਕਹਿਤਾ ਇਹ ਤਾਂ ਹਜੇ ਟ੍ਰੇਲਰ ਹੈ, ਅਦਰਵਾਈਜ਼ ਲੱਖੇ ਨੂੰ ਕਹੋ ਵਾਪਸ ਮੁੜਿਆਵੇ। ਸੋ ਇਸ ਕਰਕੇ ਜਿਹੜੇ ਟੌਰਚਰ ਨੇ ਉਹ ਇੰਡੀਆ ਵਿੱਚ ਵੀ ਤੇ ਜਿੱਥੇ ਆਪਾਂ ਅਮਰੀਕਾ ਜਿੱਥੇ ਰਹਿ ਰਹੇ ਹਾਂ ਉੱਥੇ ਵੀ ਲਗਾਤਾਰ ਜਾਰੀ ਨੇ। ਸੋ ਇਹ ਹਿਊਮਨ ਰਾਈਟਸ ਦੀ ਵਾਇਓਲੇਸ਼ਨ ਹੈ। ਇਹ ਹਿਊਮਨ ਰਾਈਟਸ ਨੂੰ ਸਾਨੂੰ ਰਲ ਮਿਲ ਕੇ ਹਮਲਾ ਮਾਰ ਕੇ
ਜਿਹੜਾ ਟੌਰਚਰ ਕੀਤਾ ਜਾਂਦਾ ਕਿਸੇ ਵੀ ਹਿਊਮਨ ਬੀਇੰਗ ਨੂੰ, ਪਰਮਾਤਮਾ ਨੇ ਕੋਈ ਹੱਕ ਨਹੀਂ ਦਿੱਤਾ ਕਿ ਇੱਕ ਬੰਦਾ ਦੂਸਰੇ ਤੇ ਟੌਰਚਰ ਕਰੇ, ਪਰ ਇਹ ਹੋ ਰਿਹਾ। ਤੇ ਇਸ ਤੋਂ ਬਿਨਾਂ ਜਿਹੜਾ ਹੈਗੀ ਆ ਫੇਅਰ ਟ੍ਰਾਇਲ ਦੀ ਫਰੀडम ਆਫ ਰਿਲੀਜਨ, ਜਿਹੜੀ ਫਰੀडम ਆਫ ਰਿਲੀਜਨ ਆ ਉਹ ਹਰ ਇੱਕ ਬੰਦੇ ਨੂੰ ਹੱਕ ਹੈ ਕਿ ਉਹ ਜਿਹੜਾ ਵੀ ਧਰਮ ਅਪਣਾਉਣਾ ਚਾਹੁੰਦਾ ਉਹ ਧਰਮ ਅਪਣਾ ਸਕਦਾ, ਚਾਹੇ ਉਹ ਦੁਨੀਆ ਦੇ ਵਿੱਚ ਬਾਏ ਪਾਪੂਲੇਸ਼ਨ ਸਾਰਿਆਂ ਨੂੰ ਵੱਡਾ ਜਿਹੜਾ ਧਰਮ ਹੈ ਕ੍ਰਿਸਚੈਨਿਟੀ ਆ, ਇਸਲਾਮ ਹੈ, ਹਿੰਦੂਇਜ਼ਮ ਆ, ਸਿੱਖਇਜ਼ਮ ਆ, ਬੁੱਧਇਜ਼ਮ ਆ, ਬਾਈਇਜ਼ਮ ਆ, ਜੋਧੀਇਜ਼ਮ ਆ, ਜਾਂ ਆਪਣੇ ਜਿਹੜੇ ਹੋਰ ਦੇ ਵਿੱਚ ਜੈਨਇਜ਼ਮ ਸੀ ਇੰਡੀਆ ਦੇ ਵਿੱਚ, ਕੋਈ ਵੀ ਧਰਮ, ਇਸ ਤੋਂ ਬਿਨਾਂ ਵੀ ਹੋਰ ਬਹੁਤ ਧਰਮ ਨੇ ਛੋਟੇ ਛੋਟੇ, ਉਹਨਾਂ ਨੂੰ ਮਨਾਉਣ ਦਾ, ਉਹਨਾਂ ਨੂੰ ਜੋ ਵੀ ਧਰਮ ਦੇ ਵਿੱਚ ਬਿਲੀਵ ਕਰਨਾ ਚਾਹੁੰਦਾ ਉਹਨੂੰ ਪੂਰਾ ਹੱਕ ਹੋਣਾ ਚਾਹੀਦਾ। ਪਰ ਅੱਜ ਜਿੱਥੇ ਹੋਰ ਵਾਇਓਲੇਸ਼ਨ ਹੋ ਰਹੀਆਂ ਨੇ ਹਿਊਮਨ ਰਾਈਟਸ ਦੀਆਂ, ਇਹ ਧਰਮ ਦੇ ਨਾਂ 'ਤੇ ਹਿਊਮਨ ਰਾਈਟਸ ਦੀ ਜਿਹੜੀ ਹੈਗੀ ਆ ਸਾਰਿਆਂ ਨਾਲੋਂ ਵੱਧ ਵਾਇਓਲੇਸ਼ਨ ਹੋ ਰਹੀ ਆ। ਅਗਰ ਅਸੀਂ ਗੱਲ ਕਰੀਏ ਅਮਰੀਕਾ ਦੇ ਵਿੱਚ, ਚਾਹੇ ਇੱਥੇ ਸਟੇਟ ਲੈਵਲ 'ਤੇ ਫਸਟ ਅਮੈਂਡਮੈਂਟ ਦੇ ਵਿੱਚ ਜਿਹੜਾ ਹੈਗਾ, ਫਸਟ ਅਮੈਂਡਮੈਂਟ ਦੇ ਸਾਫ਼ ਲਿਖਿਆ ਵੀ ਸਰਕਾਰ, ਕਾਂਗਰਸ ਜਿਹੜੀ ਹੈਗੀ ਕੋਈ ਕਾਨੂੰਨ ਨਹੀਂ ਬਣਾ ਸਕਦੀ ਰਿਲੀਜਨ ਨੂੰ ਐਸਟੈਬਲਿਸ਼ ਕਰਨ ਲਈ। ਇਸ ਕਰਕੇ ਅਮਰੀਕਾ ਦਾ ਕੋਈ ਧਰਮ ਜਿਹੜਾ ਹੈਗਾ ਸਟੇਟ ਲੈਵਲ ਦਾ ਧਰਮ ਨਹੀਂ, ਚਾਹੇ ਮੈਜੋਰਟੀ ਕ੍ਰਿਸਚੀਅਨਟੀ ਹੋਣ ਕਰਕੇ ਲੱਗਦਾ ਕਿ ਸਟੇਟ ਦਾ ਧਰਮ ਆ, ਪਰ ਨਹੀਂ, ਕਾਨੂੰਨ ਦੇ ਤੌਰ 'ਤੇ ਅਮਰੀਕਾ ਵਿੱਚ ਸਰਕਾਰੀ ਕੋਈ ਧਰਮ ਨਹੀਂ। ਪਰ ਇੱਥੇ ਵੀ ਜਿਹੜੀਆਂ ਦੂਸਰੀਆਂ ਮਿਨੋਰਟੀ ਨੇ, ਸਾਰਿਆਂ ਨਾਲੋਂ ਵੱਧ ਇੱਥੇ ਅਟੈਕ ਯੂਐਸ 'ਤੇ ਹੁੰਦੇ ਨੇ ਹਜੇ ਵੀ, ਕਿਉਂਕਿ ਯੂਐਸ ਐਂਡ ਕ੍ਰਿਸਚੀਅਨ ਦੇ ਨੋ ਈਚ ਅਦਰ ਵੈਰੀ ਵੈਲ। ਅਤੇ ਉਸ ਤੋਂ ਬਿਨਾਂ ਜਿਹੜੀਆਂ ਦੂਸਰੀਆਂ ਮਿਨੋਰਟੀਜ਼ ਨੇ ਉਹਨਾਂ 'ਤੇ ਵੀ ਕਿਤੇ ਨਾ ਕਿਤੇ ਅਟੈਕ ਹੁੰਦੇ ਨੇ। ਪਰ ਜਿਹੜਾ ਫਰੀडम ਆਫ ਰਿਲੀਜਨ ਹੈ ਇਹ ਇੱਕ ਬੇਸਿਕ ਹੈਗਾ, ਅਤੇ ਜਿਹੜਾ ਵੀ ਬੰਦਾ ਪਰਮਾਤਮਾ ਨੂੰ ਕਿਸੇ ਵੀ ਤਰੀਕੇ ਨਾਲ ਕਿਸੇ ਵੀ ਧਰਮ ਦੇ ਥਰੂ 'ਤੇ ਮਿਲਣਾ ਚਾਹੁੰਦਾ ਉਹਨੂੰ ਪੂਰਾ ਹੱਕ ਹੋਣਾ ਚਾਹੀਦਾ, ਪਰ ਉਹ ਵਾਇਓਲੇਟ ਹੋ ਰਿਹਾ। ਇਸ ਕਰਕੇ ਸਾਰੇ ਜਿਹੜੇ ਆਪਣੇ ਆਪਾਂ ਸਾਰੇ ਵੀ ਸਰੋਤੇ ਨੇ, ਇਹ ਆਪਾਂ ਨੂੰ ਹੋਰ ਜਾਗਰੂਕ ਹੋ ਕੇ ਇਹਦੇ ਵੱਲ ਵੀ ਧਿਆਨ ਦੀ ਲੋੜ ਹੈ ਕਿ ਜਿਹੜਾ ਫਰੀडम ਆਫ ਰਿਲੀਜਨ ਆ, ਅਗਰ ਤੁਸੀਂ ਇੱਕ ਦੂਸਰੇ ਨੂੰ ਬਲੇਮ ਜ਼ਰੂਰ ਕਰਦੇ ਨੇ। ਅਗਰ ਅੱਜ ਜੋ ਪਾਕਿਸਤਾਨ ਹੈ, ਮੈਂ ਉਹਦੀ ਉਦਾਹਰਨ ਇਸ ਕਰਕੇ ਲਵਾਂਗਾ ਕਿਉਂਕਿ ਬਹੁਤੇ ਸਰੋਤੇ ਉਹਦੇ ਨਾਲ ਆਪਾਂ ਛੇਤੀ ਨੇੜਤਾ ਕਰਕੇ ਛੇਤੀ ਉਹ ਗੱਲ ਨੂੰ ਸਮਝ ਲੈਂਦੇ ਹਾਂ। ਪਾਕਿਸਤਾਨ ਨੂੰ ਜੰਮੂ ਕਸ਼ਮੀਰ ਦੇ ਵਿੱਚ ਜਿਹੜਾ ਅਤਿਆਚਾਰ ਹੋ ਰਿਹਾ ਵਾ ਉਹਦੀ ਅਸੀਂ ਬਿਲਕੁਲ ਨਿਖੇਧੀ ਕਰਦੇ ਹਾਂ। ਉਹ ਜੰਮੂ ਕਸ਼ਮੀਰ ਵਿੱਚ ਮਿਨੋਰਟੀ 'ਤੇ ਅਤਿਆਚਾਰ ਨਹੀਂ ਹੋਣਾ ਚਾਹੀਦਾ, ਪਰ ਪਾਕਿਸਤਾਨ ਵਾਲੇ ਵੀਰਾਂ ਨੂੰ ਬੜੀ ਛੇਤੀ ਦਿਖਦਾ ਅਤੇ ਉਹਨੂੰ ਬੜਾ ਕਹਿੰਦੇ ਨੇ। ਪਰ ਐਟ ਦ ਸੇਮ ਟਾਈਮ ਪਾਕਿਸਤਾਨ ਦੇ ਵਿੱਚ ਜਿਹੜੀਆਂ ਮਿਨੋਰਟੀਜ਼ ਨੇ, ਚਾਹੇ ਉਹ ਅਹਿਮਦੀ ਮੁਸਲਮਾਨ ਨੇ, ਚਾਹੇ ਉਹ ਬਲੋਚਿਸਤਾਨ ਦੇ ਬਲੋਚ ਨੇ, ਉਹਨਾਂ 'ਤੇ ਵੀ ਜਿੰਨਾ ਕਿ ਜੰਮੂ ਕਸ਼ਮੀਰ 'ਚ ਤਸ਼ੱਦਦ ਹੁੰਦਾ ਉਹਨਾਂ ਕਿ ਉੱਥੇ ਹੁੰਦਾ ਧਰਮ ਦੇ ਨਾਂ 'ਤੇ। ਸੋ ਜਿਹੜਾ ਫਰੀडम ਆਫ ਰਿਲੀਜਨ ਆ, ਇਹ ਯੂਰਪ ਅਤੇ ਅਮਰੀਕਾ ਦੇ ਵਿੱਚ ਕਿਤੇ ਨਾ ਕਿਤੇ ਇਹਦੀ ਆਜ਼ਾਦੀ ਕਾਫੀ ਹੱਦ ਤੱਕ ਹੈ, ਪਰ ਆਪਣੇ ਬੈਕ ਹੋਮ ਇਹਦੀ ਆਜ਼ਾਦੀ ਨਹੀਂ। ਪਰ ਅਸੀਂ ਹਿਊਮਨ ਰਾਈਟਸ ਦੀ ਗੱਲ ਅੱਜ ਕਰ ਰਹੇ ਹਾਂ ਕਿ ਜਿਹੜਾ ਫਰੀडम ਆਫ ਰਿਲੀਜਨ ਆ ਇਹਦੀ ਆਜ਼ਾਦੀ ਦੇਣ ਦੀ ਬਹੁਤ ਜ਼ਰੂਰਤ ਹੈ, ਕਿਉਂਕਿ ਹਜੇ ਵੀ ਸਪੈਸ਼ਲੀ ਇੰਡੀਆ ਦੇ ਵਿੱਚ ਮਿਨੋਰਟੀ ਨੂੰ, ਜਿਹੜਾ ਕ੍ਰਿਸਚੀਅਨ ਨੂੰ, ਮੁਸਲਮਾਨਸ ਨੂੰ, ਸਿੱਖਾਂ ਨੂੰ, ਦਲਿਤਸ ਨੂੰ, ਉਹਨਾਂ ਨੂੰ ਕਿਤੇ ਨਾ ਕਿਤੇ ਤਸ਼ੱਦਦ ਕੀਤਾ ਜਾਂਦਾ, ਅਤੇ ਇਹਦੇ ਕਰਕੇ ਹਿਊਮਨ ਰਾਈਟਸ ਦੀ ਬਹੁਤ ਵੱਡੀ ਹੈਗੀ ਆ। ਅਤੇ ਇਸ ਤੋਂ ਬਿਨਾਂ ਜਿਹੜਾ ਓਪੀਨੀਅਨ, ਫਰੀडम ਆਫ ਓਪੀਨੀਅਨ ਜਿਹੜਾ ਹੈਗਾ ਉਹ ਵੀ ਇੱਕ ਹਿਊਮਨ ਰਾਈਟਸ ਦਾ ਹਿੱਸਾ ਹੈ, ਕਿਉਂਕਿ ਜਿਵੇਂ ਮੈਂ ਪਹਿਲਾਂ ਦੱਸਿਆ ਸੀ ਸਿਵਲ ਰਾਈਟਸ ਅਤੇ ਹਿਊਮਨ ਰਾਈਟਸ ਦੇ ਵਿੱਚ ਕਾਫੀ ਫਰਕ ਹੈ। ਜਿਹੜੇ ਸਿਵਲ ਰਾਈਟਸ ਨੇ ਉਹ ਕੋਈ ਵੀ ਸਰਕਾਰ, ਕਿਸੇ ਵੀ ਦੇਸ਼ ਦੀ ਸਰਕਾਰ ਆਪਣੇ ਕਾਨੂੰਨ ਮੁਤਾਬਕ ਆਪਣੇ ਸ਼ਹਿਰੀਆਂ ਨੂੰ ਦਿੰਦੀ ਹੈ, ਉਹ ਇੱਕ ਬੰਦਿਆਂ ਵੱਲੋਂ ਤਿਆਰ ਕੀਤੇ ਹੋਏ ਰਾਈਟਸ ਨੇ ਤੁਹਾਡੇ। ਪਰ ਜਿਹੜਾ ਹਿਊਮਨ ਰਾਈਟਸ ਹੈ ਉਹ ਜਿਵੇਂ ਅਮਰੀਕਨ ਕਨਸਟੀਟਿਊਸ਼ਨ ਵੀ ਕਿਤੇ ਨਾ ਕਿਤੇ ਕਹਿੰਦਾ, ਅਤੇ ਉਹ ਜਿਹੜਾ ਹਿਊਮਨ ਰਾਈਟਸ ਆ ਉਹ ਤੁਹਾਨੂੰ ਫਰਮ ਬਰਥ ਟੂ ਡੈਥ ਹੈਗਾ। ਉਹ ਇੱਕ ਕਿਸਮ ਦਾ ਆਪਾਂ ਇਹ ਕਹੀਏ ਵੀ ਪਰਮਾਤਮਾ ਨੇ ਹਰ ਇੱਕ ਨੂੰ ਜਿਹੜਾ ਹਿਊਮਨ ਰਾਈਟਸ ਆ ਉਹ ਬਰਾਬਰ ਦਿੱਤਾ, ਅਤੇ ਪਰਮਾਤਮਾ ਦੀ ਨਿਗਾਹ ਦੇ ਵਿੱਚ ਹਰ ਇੱਕ ਇਨਸਾਨ ਬਰਾਬਰ ਹੈ, ਚਾਹੇ ਉਹ ਕਿਸੇ ਧਰਮ ਦਾ ਹੋਵੇ, ਕਿਸੇ ਐਥਨੀਸਿਟੀ ਦਾ ਹੋਵੇ, ਕਿਤੋਂ ਵੀ ਉਹ ਬਿਲੋਂਗ ਕਰਦਾ ਹੋਵੇ, ਉਹ ਬਰਾਬਰ ਹੈ। ਪਰ ਜਿਹੜੇ ਓਪੀਨੀਅਨ ਨੇ, ਇਹ ਫਰੀडम ਆਫ ਓਪੀਨੀਅਨ ਹੋਣੀ ਬਹੁਤ ਜ਼ਰੂਰੀ ਆ, ਪਰ ਸਾਡੀ ਇਹ ਬਦਕਿਸਮਤੀ ਹੈ, ਅਸੀਂ ਫਰੀडम ਆਫ ਓਪੀਨੀਅਨ ਦੇ ਨਾਂ 'ਤੇ ਇੱਕ ਦੂਸਰੇ ਦੇ ਓਪੀਨੀਅਨ ਨੂੰ ਦਬਾਉਣ ਦੀ ਕੋਸ਼ਿਸ਼ ਕਰ ਰਹੇ ਹਾਂ ਅਤੇ ਆਪਣੇ ਓਪੀਨੀਅਨ ਨੂੰ ਚੰਗਾ ਕਹਿਣ ਦੀ ਕੋਸ਼ਿਸ਼ ਕਰ ਰਹੇ ਹਾਂ। ਸੋ ਮੈਂ ਸਰੋਤੇ ਵੀਰਾਂ ਨਾਲ ਇਹ ਗੱਲ ਜ਼ਰੂਰ ਸ਼ੇਅਰ ਕਰਾਂਗਾ ਕਿ ਜਿਹੜੇ ਤੁਹਾਡੇ ਜਿੰਨਾ ਤੁਹਾਨੂੰ ਚੰਗਾ ਲੱਗਦਾ ਹੈ ਕਿ ਤੁਹਾਡੇ ਓਪੀਨੀਅਨ ਸੁਣੇ ਜਾਣ, ਉਨੀ ਹੀ ਕਦਰ ਸਾਨੂੰ ਕਿਸੇ ਦੂਸਰੇ ਦੇ ਓਪੀਨੀਅਨ ਦੀ ਵੀ ਕਰਨ ਦੀ ਲੋੜ ਹੈ। ਕਈ ਵਾਰੀ ਇਹ ਹੁੰਦਾ ਹੈ ਅਸੀਂ ਆਪਣੇ ਤਾਂ ਓਪੀਨੀਅਨ ਕਹਿੰਦੇ ਹਾਂ ਇਹ ਸਾਰੇ ਮੰਨੋ, ਪਰ ਦੂਜੇ ਦੇ ਓਪੀਨੀਅਨ ਸੁਣਨ ਲਈ ਤਿਆਰ ਨਹੀਂ। ਸੋ ਇਹ ਜਿਹੜੇ ਹਿਊਮਨ ਰਾਈਟਸ ਨੇ
ਅਗਰ ਅਸੀਂ ਗੁਰੂ ਤੇਗ ਬਹਾਦਰ ਜੀ ਮਹਾਰਾਜ ਦਾ ਪ੍ਰਕਾਸ਼ ਦਿਹਾੜਾ 400 ਸਾਲਾ ਮਨਾ ਰਹੇ ਹਾਂ, ਬੜੀ ਧੂਮਧਾਮ ਨਾਲ ਸਿੱਖ ਕੌਮ ਮਨਾ ਰਹੀ ਆ, ਤੇ ਸਾਨੂੰ ਇਹ ਲੋੜ ਹੈ, ਕਿਉਂਕਿ ਗੁਰੂ ਤੇਗ ਬਹਾਦਰ ਜੀ ਨੇ ਜਿਹੜੀ ਸ਼ਹਾਦਤ ਦਿੱਤੀ ਸੀ ਉਹ ਫਰੀडम ਆਫ ਰਿਲੀਜਨ ਕਰਕੇ ਦਿੱਤੀ ਸੀ, ਕਿਉਂਕਿ ਉਹਨਾਂ ਦੇ ਦਿਮਾਗ ਜਿਹੜੀ ਸੀਗੀ ਗੁਰੂ ਤੇਗ ਬਹਾਦਰ ਜੀ ਮੁਤਾਬਕ ਹਰ ਇੱਕ ਬੰਦੇ ਨੂੰ ਜਿਹੜਾ ਹੈਗਾ ਫਰੀडम ਜਿਹੜੀ ਉਹ ਰਿਲੀਜਨ ਦੀ ਆ ਉਹ ਹੋਣੀ ਚਾਹੀਦੀ, ਉਹਦਾ ਬੇਸਿਕ ਰਾਈਟ ਆ, ਉਹ ਬਰਥ ਰਾਈਟ ਹੈਗਾ ਵਾ, ਤੇ ਇਹਦੇ ਤੇ ਕਿਸੇ ਨੂੰ ਇਨਫਰੈਂਚ ਕਰਨਾ ਨਹੀਂ ਚਾਹੀਦਾ। ਪਰ ਉਸ ਵੇਲੇ ਔਰੰਗਜ਼ੇਬ ਵੱਲੋਂ ਕੀਤਾ ਜਾ ਰਿਹਾ ਸੀ, ਤੇ ਅੱਜ ਜਿਹੜਾ ਫਰੀडम ਆਫ ਰਿਲੀਜਨ ਆ ਉਹ ਸਪੈਸ਼ਲੀ ਸਾਰੀ ਦੁਨੀਆ ਦੇ ਵਿੱਚ ਖਤਰੇ ਵਿੱਚ ਆ। ਇਕੱਲੇ ਇੰਡੀਆ ਦੀ ਗੱਲ ਨਹੀਂ, ਤੁਸੀਂ ਕੁੱਲ ਦੁਨੀਆ ਦੀਆਂ ਘਟਨਾਵਾਂ ਲੈ ਲਓ, ਕਿਉਂਕਿ ਆਪਣੇ ਕੋਲ ਇਸ ਪ੍ਰੋਗਰਾਮ ਦੇ ਵਿੱਚ ਟਾਈਮ ਬੜਾ ਥੋੜ੍ਹਾ ਹੁੰਦਾ, ਅਦਰਵਾਈਜ਼ ਆਪਾਂ ਦੇਸ਼ ਬਾਏ ਦੇਸ਼ ਜਾ ਕੇ ਰਿਲੀਜਨ ਬਾਏ ਰਿਲੀਜਨ ਜਾ ਕੇ ਕਹਿ ਲਾਂਗੇ, ਕਿਉਂਕਿ ਜਿਹੜਾ ਇੱਕ ਰਿਲੀਜਨ ਅਗਰ ਇੱਕ ਜਗ੍ਹਾ ਤੇ ਮਿਨੋਰਟੀ 'ਚ ਹੈ ਉੱਥੇ ਉਹ ਫਰੀडम ਆਫ ਰਿਲੀਜਨ, ਫਰੀडम ਫਾਰ ਮਿਨੋਰਟੀਜ਼ ਦੀ ਗੱਲ ਕਰਦਾ, ਪਰ ਅਗਰ ਉਹੀ ਰਿਲੀਜਨ ਹੋਰ ਜਗ੍ਹਾ ਤੇ ਮੈਜੋਰਟੀ ਦੇ ਵਿੱਚ ਹੈ ਤੇ ਉਹ ਉੱਥੇ ਕਰਦਾ ਨਹੀਂ। ਮੈਂ ਇਹਦੇ ਨਾਲ ਇੱਕ ਛੋਟੀ ਜਿਹੀ ਉਦਾਹਰਨ ਜੋੜਾਂਗੇ, ਸ਼ਾਇਦ ਕੁਝ ਸਰੋਤੇ ਵੀਰਾਂ ਨੂੰ ਚੰਗੀ ਨਾ ਲੱਗੇ। ਜਦੋਂ ਆਪਾਂ ਬਹੁਤੇ ਮਾਈਗ੍ਰੇਟ ਪੰਜਾਬ ਤੋਂ ਹੋਏ ਆ, ਪੰਜਾਬ ਦੇ ਵਿੱਚ ਜਿਹੜੇ ਨਾਰਮਲੀ ਸਿੱਖ ਜਿਹੜੇ ਮੈਜੋਰਟੀ ਸੀ, ਅਗਰ ਤੁਸੀਂ ਜਿਹੜੇ ਸਾਡੇ ਕਾਮਰੇਡ ਭਰਾ ਨੇ ਉਹਨਾਂ ਵੱਲੋਂ ਵੀ ਜਿੰਨੇ ਡਰਾਮੇ ਕੀਤੇ ਜਾਂਦੇ ਸੀ, ਉਹਨਾਂ ਦੇ ਵਿੱਚ ਬਿਨਾਂ ਸ਼ੱਕ ਕਿਤੇ ਨਾ ਕਿਤੇ ਹਿੰਦੂ ਧਰਮ ਦੀ ਜਿਹੜੀ ਹੈਗੀ ਆ ਉਹਨੂੰ ਜੋਕ ਦੇ ਤੌਰ ਤੇ ਪੇਸ਼ ਕੀਤਾ ਜਾਂਦਾ ਹੈ। ਸ਼ਾਇਦ ਉਹ ਅੱਜ ਕਾਫੀ ਘਟ ਗਿਆ, ਪਰ ਮੈਨੂੰ ਯਾਦ ਹੈ ਲੇਟ 70s ਟੂ ਅਰਲੀ 80s ਦੇ ਤੱਕ ਜਿੰਨੇ ਵੀ ਉਹਨਾਂ ਦੇ ਪਿੰਡਾਂ ਦੇ ਵਿੱਚ, ਸ਼ਹਿਰਾਂ ਦੇ ਵਿੱਚ, ਕਾਲਜਾਂ ਦੇ ਵਿੱਚ ਡਰਾਮੇ ਹੁੰਦੇ ਸੀ, ਕਿਤੇ ਨਾ ਕਿਤੇ ਉਹ ਖਿੱਲੀ ਉਡਾਉਂਦੇ ਸੀਗੇ। ਸੋ ਇਸ ਕਰਕੇ ਸਾਨੂੰ ਲੋੜ ਹੈ, ਅੱਜ ਸਾਰੀ ਦੁਨੀਆ ਬੜੀ ਨੇੜੇ ਹੋ ਗਈ ਹੈ, ਗਲੋਬਲੀ ਇੰਟਰਨੈਟ ਆਉਣ ਦੇ ਕਰਕੇ ਆਪਾਂ ਨੂੰ ਹਰ ਇੱਕ ਬੰਦੇ ਦੀ ਆਪਾਂ ਨੌਲੇਜ ਜਿਹੜਾ ਗਿਆਨ ਦੇ ਵਿੱਚ ਵਾਧਾ ਹੋਇਆ ਜਾਂ ਨਹੀਂ ਹੋਇਆ, ਪਰ ਸਾਡੇ ਕੋਲ ਇਨਫੋਰਮੇਸ਼ਨ ਬਹੁਤ ਆ ਗਈ। ਸਾਨੂੰ ਸਾਰੀ ਦੁਨੀਆ ਦੇ ਕੋਨੇ-ਕੋਨੇ ਤੋਂ ਪਤਾ ਵੀ ਉੱਥੇ ਕੀ ਹੋ ਰਿਹਾ, ਉੱਥੇ ਕਿਹੜਾ ਧਰਮ ਆ, ਉੱਥੇ ਕਿਹੜੀ ਐਥਨੀਸਿਟੀ ਆ। ਉਹ ਇਨਫੋਰਮੇਸ਼ਨ ਨੂੰ ਚੰਗੇ ਤਰੀਕੇ ਵਿੱਚ ਯੂਜ਼ ਕਰਕੇ ਅਸੀਂ ਅਗਰ ਕੋਈ ਆਪ ਵੀ ਪਹਿਲਾਂ ਗਲਤੀਆਂ ਕੀਤੀਆਂ ਨੇ ਉਹਨਾਂ ਨੂੰ ਵੀ ਸੁਧਾਰਨ ਦੀ ਕੋਸ਼ਿਸ਼ ਕਰੀਏ, ਕਿਉਂਕਿ ਹਿਊਮਨ ਰਾਈਟਸ ਜਿਹੜੇ ਹੈਗੇ ਨੇ ਉਹ ਬਾਏ ਬਰਥ ਹੈਗੇ ਨੇ, ਉਹ ਕਿਸੇ ਵੱਲੋਂ ਕਿਸੇ ਨੂੰ ਦਿੱਤੇ ਨਹੀਂ ਗਏ, ਤੇ ਉਹਨਾਂ ਤੇ ਬਹੁਤਾ ਕਿਸੇ ਦੇ ਹਿਊਮਨ ਰਾਈਟਸ ਨੂੰ ਵਾਇਓਲੇਟ ਨਹੀਂ ਕਰਨਾ ਚਾਹੀਦਾ। ਇਹ ਤੇ ਸੀਗੀਆਂ ਕੁਝ ਗੱਲਾਂ ਹਿਊਮਨ ਰਾਈਟਸ ਬਾਰੇ। ਤੇ ਹੁਣ ਆਪਾਂ ਵਾਪਸ ਆਈਏ ਅਮਰੀਕਨ ਪੋਲੀਟਿਕਸ ਬਾਰੇ। ਜਿਵੇਂ ਪਿਛਲੇ ਪ੍ਰੋਗਰਾਮਾਂ ਦੇ ਵਿੱਚ ਜਦੋਂ 1.9 ਟ੍ਰਿਲੀਅਨ ਦਾ ਕੋਵਿਡ ਦੇ ਨਾਂ ਦੇ ਥੱਲੇ ਡੈਮੋਕ੍ਰੇਟ ਕਾਂਗਰਸ ਵੱਲੋਂ ਤੇ ਫਿਰ ਸੈਨੇਟ ਵੱਲੋਂ ਜਿਹੜਾ ਸੀਗਾ ਪਾਸ ਕੀਤਾ ਗਿਆ ਬਿੱਲ ਸੀ, ਉਹਦੇ ਤੇ ਵੀ ਆਪਾਂ ਲੰਬੀ ਚਰਚਾ ਕੀਤੀ ਸੀ। ਪਰ ਉਹਦੇ ਨਾਲ ਅੱਜ ਜਿਹੜਾ ਕਾਂਗਰਸ ਦੇ ਵਿੱਚ ਜੌਬ ਐਕਟ ਦੇ ਨਾਂ ਤੇ ਇੱਕ ਬਿੱਲ ਫਲੋਟ ਹੋ ਰਿਹਾ, ਤੇ ਜਿਹੜੀ ਕਾਂਗਰਸ ਚਾਹੁੰਦੀ ਹੈ ਕਿ ਉਹ ਮੈਮੋਰੀਅਲ ਡੇ ਤੱਕ, ਭਾਵ ਮਈ ਦੇ ਐਂਡ ਤੋਂ ਪਹਿਲਾਂ ਉਹ ਪਾਸ ਹੋ ਜਾਵੇ। ਪਾਸ ਹੁੰਦਾ ਜਾਂ ਨਹੀਂ ਹੁੰਦਾ ਉਹ ਬਾਅਦ ਦੀ ਗੱਲ ਹੈ, ਪਰ ਜਿਹੜਾ ਉਹ ਇਨਫਰਾਸਟ੍ਰਕਚਰ ਬਿੱਲ ਹੈ, ਸਾਨੂੰ, ਕਿਉਂਕਿ ਅਸੀਂ ਜਿੰਨੇ ਵੀ ਇੱਥੇ ਰਹਿੰਦੇ ਹਾਂ ਸਾਰੇ ਟੈਕਸ ਪੇਅਰ ਹਾਂ, ਬਰਾਬਰ ਦਾ ਟੈਕਸ ਪੇ ਕਰਦੇ ਹਾਂ, ਤੇ ਸਾਡੇ ਹੱਕ ਵੀ ਇਸ ਕਰਕੇ ਇੱਥੇ ਬਰਾਬਰ ਦੇ ਹਨ। ਕਿਉਂਕਿ ਅਗਰ ਤੁਸੀਂ ਟੈਕਸ ਪੇ ਕਰਦੇ ਹੋ ਤਾਂ ਤੁਹਾਡਾ ਹੱਕ ਬਣਦਾ ਹੈ ਸਵਾਲ ਪੁੱਛਣ ਦਾ ਵੀ। ਜਿਹੜਾ ਇਹ 2 ਟ੍ਰਿਲੀਅਨ ਜਿਹੜਾ ਜੌਬ ਐਕਟ ਦੇ ਨਾਂ ਤੇ ਕਾਂਗਰਸ ਦੇ ਵਿੱਚ ਬਿੱਲ ਪੇਸ਼ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਆ, ਪ੍ਰੈਜ਼ੀਡੈਂਟ ਜੋ ਬਾਈਡਨ ਜੀ ਵੱਲੋਂ ਇਹਨੂੰ ਪੂਰੀ ਹਮਾਇਤ ਹੈ ਕਿ 2 ਟ੍ਰਿਲੀਅਨ 2.5 ਟ੍ਰਿਲੀਅਨ ਤੱਕ ਜਿਹੜਾ ਹੈਗਾ ਇਹ ਬਿੱਲ ਪਾਸ ਹੋ ਜਾਵੇ। ਚਾਹੇ ਇਹਦੀ ਸੈਨੇਟ ਦੇ ਵਿੱਚ ਕਾਫੀ ਵਿਰੋਧਤਾ ਹੋਏਗੀ, ਈਵਨ ਡੈਮੋਕ੍ਰੇਟ ਸੈਨੇਟਰ ਜਿਵੇਂ ਜੋ ਮੈਨਸਨ ਵੱਲੋਂ ਵੀ ਕੁਝ ਇਹਦੀਆਂ ਜਿਹੜੀਆਂ ਧਾਰਾਵਾਂ ਹਨ ਉਹਦਾ ਵਿਰੋਧ ਕੀਤਾ ਜਾ ਰਿਹਾ। ਤੇ ਇਹ ਬਿੱਲ ਹੈ ਕਿ ਇਹਨੂੰ ਨਾਂ ਦਿੱਤਾ ਜਾ ਰਿਹਾ ਜੌਬ ਐਕਟ, ਤੇ ਇਹਨੂੰ ਇਹਦੇ ਨਾਲ ਇਹ ਕਿਹਾ ਜਾ ਰਿਹਾ ਕਿ ਇਹ ਜਿਹੜਾ ਹੈਗਾ ਵਾ ਇਹਦੇ ਨਾਲ ਜਿਹੜੀ ਸਾਡੀ ਇਨਫਰਾਸਟ੍ਰਕਚਰ ਆ ਉਹ ਠੀਕ ਹੋਏਗੀ। ਜਿਵੇਂ ਪਹਿਲਾਂ ਜੋ ਬਾਈਡਨ ਜੀ ਤੋਂ ਪਹਿਲਾਂ ਜਦੋਂ ਪ੍ਰੈਜ਼ੀਡੈਂਟ ਟਰੰਪ ਸੀ, ਉਹਨਾਂ ਵੱਲੋਂ ਵੀ ਬੜੀ ਵਾਰ ਕਿਹਾ ਗਿਆ ਸੀ ਕਿ ਜਦੋਂ ਉਹ ਏਅਰਪੋਰਟ 'ਤੇ ਉਤਰਦੇ ਨੇ ਤੇ ਉਹਨਾਂ ਨੂੰ ਇਹ ਲੱਗਦਾ ਕਿ ਅਸੀਂ ਥਰਡ ਵਰਲਡ ਜਿਹੜੀ ਕੰਟਰੀ ਹੈ ਉਹਦੀ ਏਅਰਪੋਰਟ ਦੇ ਵਿੱਚ ਆ ਗਏ ਹਾਂ, ਕਿਉਂਕਿ ਸਾਡੀਆਂ ਜਿਹੜੀਆਂ ਏਅਰਪੋਰਟਸ ਨੇ ਸ਼ਾਇਦ ਯੂਰਪੀਅਨ ਕੁਝ ਕੰਟਰੀ ਜਾਂ ਹੋਰ ਜਿਹੜੀਆਂ ਨਵੀਆਂ ਵਿਕਸਿਤ ਹੋ ਰਹੀਆਂ ਨੇ ਜਿਵੇਂ ਦੁਬਈ ਵਗੈਰਾ, ਉਹਦੇ ਨਾਲੋਂ ਏਅਰਪੋਰਟਸ ਮਾੜੀਆਂ ਹੋਣ ਤੇ ਹੈਗੀਆਂ ਵੀ, ਤੇ ਉਹਨਾਂ ਵੱਲੋਂ ਵੀ ਇਸ ਇਸ਼ੂ ਉਠਾਇਆ ਜਾਂਦਾ ਸੀ ਕਿ ਸਾਨੂੰ ਇਨਫਰਾਸਟ੍ਰਕਚਰ ਠੀਕ ਕਰਨ ਦੀ ਲੋੜ ਹੈ। ਪਰ ਅੱਜ ਜਿਹੜੀ ਮੈਜੋਰਟੀ ਦੇ ਵਿੱਚ ਪਾਰਟੀ ਹੈ ਉਹਦੇ ਵੱਲੋਂ ਇਨਫਰਾਸਟ੍ਰਕਚਰ ਦੇ ਨਾਂ ਦੇ ਉੱਤੇ ਬਹੁਤ ਜ਼ਿਆਦਾ ਪੈਸੇ ਯੂਜ਼ ਕਰਨ ਦੀ ਗੱਲ ਕੀਤੀ ਜਾ ਰਹੀ ਹੈ। ਜਿਹੜੀ ਇਨਫਰਾਸਟ੍ਰਕਚਰ ਦੀ ਜਦੋਂ ਗੱਲ ਆਉਂਦੀ ਆ,
ਆਮ ਬੰਦੇ ਦੇ ਦਿਮਾਗ 'ਚ ਇਹ ਆਉਂਦਾ ਇਹਦੇ ਨਾਲ ਜੀ ਸਾਡੇ ਰੋਡਸ ਠੀਕ ਕੀਤੇ ਜਾਣਗੇ, ਸਾਡੇ ਬ੍ਰਿਜਸ ਠੀਕ ਕੀਤੇ ਜਾਣਗੇ, ਸਾਡੀਆਂ ਏਅਰਪੋਰਟ ਠੀਕ ਕੀਤੀਆਂ ਜਾਣਗੀਆਂ, ਸਾਡੀਆਂ ਪੋਰਟਸ ਠੀਕ ਕੀਤੀਆਂ ਜਾਣਗੀਆਂ। ਤੇ ਇਸ ਕਰਕੇ ਦੇਸ਼ ਦਾ ਜਿਹੜਾ ਹੈਗਾ, ਕਿਉਂਕਿ ਬਿਨਾਂ ਸ਼ੱਕ ਵਰਲਡ ਵਾਰ 2 ਤੋਂ ਬਾਅਦ ਜਿਹੜੀ ਇਨਫਰਾਸਟ੍ਰਕਚਰ ਬਣੀ ਆ ਉਹਦੇ 'ਤੇ ਮੇਜਰ ਕਦੇ ਸਪੈਂਡ ਪੈਸੇ ਨਹੀਂ ਕੀਤੇ ਗਏ। ਉਸ ਤੋਂ ਬਾਅਦ ਉਹਦੀ ਮੁਰੰਮਤ ਵਗੈਰਾ ਜਿਹੜੀ ਹੁੰਦੀ ਰਹਿੰਦੀ ਆ, ਪਰ ਕਦੇ ਮੇਜਰ ਇਨਫਰਾਸਟ੍ਰਕਚਰ ਵੱਲ ਕਿਸੇ ਨੇ ਵੀ ਧਿਆਨ ਨਹੀਂ ਦਿੱਤਾ। ਧਿਆਨ ਦੇਣਾ ਚੰਗੀ ਗੱਲ ਹੈ, ਆਪਾਂ ਸਾਰੇ ਇਹਦੀ ਸਪੋਰਟ ਕਰਦੇ ਹਾਂ, ਪਰ ਧਿਆਨ ਦੇ ਨਾਲ ਇਹ ਦੇਖੀਏ ਕਿ ਜਿਹੜਾ 2.5 ਟ੍ਰਿਲੀਅਨ ਖਰਚਣ ਦੀ ਗੱਲ ਕੀਤੀ ਜਾ ਰਹੀ ਹੈ, ਉਹਦੇ ਵਿੱਚੋਂ CBO ਮੁਤਾਬਕ, ਇਹ ਕਿਸੇ ਹੋਰ ਦੇ ਨੰਬਰ ਨਹੀਂ ਹੈਗੇ ਅੰਕੜੇ, ਇਹ ਜਿਹੜਾ ਬਾਈਪਾਰਟੀਸਨ CBO ਗਰੁੱਪ ਹੈ ਉਹ ਕਹਿ ਰਿਹਾ ਵੀ ਤਕਰੀਬਨ 5 ਤੋਂ 10% ਤੱਕ ਇਹ ਪੈਸੇ ਜਿਹੜੇ ਹੈਗੇ ਨੇ ਇਨਫਰਾਸਟ੍ਰਕਚਰ 'ਤੇ ਖਰਚੇ ਜਾਣਗੇ, ਤੇ ਬਾਕੀ 90-95% ਪੈਸੇ ਕਿੱਥੇ ਜਾਣਗੇ। ਈਵਨ ਵਾਸ਼ਿੰਗਟਨ ਪੋਸਟ ਨਿਊਜ਼ਪੇਪਰ, ਜਿਹਨੂੰ ਅਸੀਂ ਇਹ ਕਹਿੰਦੇ ਆ ਉਹ ਲੈਫਟ ਵਿੰਗ ਪੇਪਰ ਹੈਗਾ, ਉਹ ਲਿਬਰਲ ਦੀ ਗੱਲ ਜ਼ਿਆਦਾ ਕਰਦਾ, ਉਹਦੇ ਵੱਲੋਂ ਵੀ ਲਿਖਿਆ ਗਿਆ ਕਿ ਜਿਹੜੀ ਇਨਫਰਾਸਟ੍ਰਕਚਰ ਹੈਗੀ ਆ ਉਹਦੇ 'ਤੇ ਸਿਰਫ ਤੇ ਸਿਰਫ 5% ਪੈਸੇ ਖਰਚੇ ਜਾਣਗੇ, ਤੇ ਬਾਕੀ ਜਿਹੜੇ ਪੈਸੇ ਨੇ ਉਹ ਹੋਰ ਪ੍ਰੋਗਰਾਮਾਂ 'ਤੇ ਖਰਚੇ ਜਾਣਗੇ। ਤੇ ਹੁਣ ਜਦੋਂ ਇਹਦਾ ਵਿਰੋਧ ਹੋਣਾ ਵਾਸ਼ਿੰਗਟਨ ਪੋਸਟ ਵਰਗੇ ਅਖਬਾਰਾਂ ਤੋਂ, ਵਿਰੋਧ ਨਹੀਂ ਮੈਂ ਕਹਾਂਗਾ, ਈਵਨ ਵਾਸ਼ਿੰਗਟਨ ਪੋਸਟ ਵਰਗੇ ਅਖਬਾਰਾਂ ਨੇ ਵੀ ਇਹਨੂੰ ਪੁਆਇੰਟ ਆਊਟ ਕੀਤਾ ਕਿ ਵੀ ਇਨਫਰਾਸਟ੍ਰਕਚਰ 'ਤੇ ਪੈਸੇ ਘੱਟ ਲੱਗ ਰਹੇ ਨੇ ਤੇ ਪ੍ਰਾਈਸ ਟੈਗ ਬਹੁਤ ਵੱਡਾ ਹੈ। ਉਹ ਪ੍ਰਾਈਸ ਟੈਗ ਜਿਹੜਾ ਪੂਰਾ ਕਰਨਾ, ਉਹ ਜੋ ਬਾਈਡਨ ਜੀ ਨੇ ਜੋ ਟੈਕਸ ਵਧਾਉਣ ਦੀ ਗੱਲ ਕੀਤੀ, ਪਰ ਅਗਰ ਤੁਸੀਂ ਨਿਊਐਸਟ ਸਰਵੇ ਦੇਖੋ ਅਮਰੀਕਨ ਦਾ, ਉਹ 2/3 ਆਫ ਅਮਰੀਕਨ ਜਿਹੜੇ ਹੈਗੇ ਨੇ ਉਹ ਟੈਕਸ ਵਧਾਉਣ ਦੇ ਹੱਕ ਵਿੱਚ ਨਹੀਂ। ਸੋ 67% ਅਮਰੀਕਨ ਆਰ ਅਗੇਂਸਟ ਇਨਕਰੀਜ਼ਿੰਗ ਐਨੀ ਟੈਕਸ। ਸੋ ਇਸ ਕਰਕੇ ਜਿਹੜੇ ਪੋਲੀਟੀਸ਼ੀਅਨ ਨੇ ਉਹ ਜਦੋਂ ਸਰਵੇ ਆਉਂਦੇ ਨੇ ਉਹਨਾਂ ਨੂੰ ਬੜੇ ਧਿਆਨ ਨਾਲ ਦੇਖਦੇ ਨੇ, ਕਿਉਂਕਿ ਹਰ ਇੱਕ ਨੇ ਵੋਟ ਦੀ ਰਾਜਨੀਤੀ ਹੈ, ਪਰ ਉਹਨਾਂ ਨੇ ਉਹਦਾ ਨਾਂ ਚੇਂਜ ਕਰ ਲਿਆ। ਕਹਿੰਦੇ ਜੀ ਇਹ ਇਕੱਲੇ ਜਿਹੜੇ ਅਸੀਂ ਰੋਡਸ ਦੀ, ਬ੍ਰਿਜ ਦੀ, ਪੋਰਟਸ ਦੀ, ਏਅਰਪੋਰਟਸ ਦੀ ਗੱਲ ਨਹੀਂ ਕਰ ਰਹੇ, ਅਸੀਂ ਜਿਹੜੇ ਹਿਊਮਨਸ ਨੇ ਉਹਨਾਂ ਦੀ ਵੀ ਕਰਨਾ ਪੈਂਦਾ। ਉਹ ਬਿਨਾਂ ਸ਼ੱਕ ਇੱਕ ਅਮਰੀਕਨ ਟੈਕਸ ਪੇਅਰ ਦੀ ਮਨੀ, ਨੰਬਰ 1 ਉਹ ਪੈਸੇ ਸਾਡੇ ਕੋਲੇ ਹੈ ਨਹੀਂ, ਉਹ ਸਾਰੇ ਦਾ ਸਾਰਾ ਉਧਾਰ ਲੈਣਾ, ਚਾਹੇ ਫੋਰਨ ਕੰਟਰੀ ਚਾਈਨਾ ਵਰਗਿਆਂ ਤੋਂ ਜਿਹੜਾ ਸਾਡਾ ਡੈਟ ਓਨ ਕਰਦੇ ਨੇ, ਤੇ ਜਾਂ ਮੈਜੋਰਟੀ ਜਿਹੜਾ ਡੈਟ ਹੈਗਾ ਉਹ ਨਾਰਮਲੀ ਜਿਹੜੇ ਪੈਨਸ਼ਨ ਪਲਾਨਸ ਨੇ ਉਹਨਾਂ ਵੱਲੋਂ ਓਨ ਕੀਤਾ ਜਾਂਦਾ। ਤੇ ਲੌਂਗ ਸਟੋਰੀ ਸ਼ਾਰਟ, ਉਹ ਪੈਸੇ ਉਧਾਰੇ ਲੈਣੇ ਨੇ ਪਰ ਉਹ ਵਰਤਣ ਲਈ ਤਿਆਰ ਨੇ। ਤੇ ਜਿਹੜਾ ਟੈਕਸ ਵਧਾਉਣ ਦੀ ਗੱਲ ਕਰਦੇ ਨੇ, ਉਹ ਟੈਕਸ ਜਿਹੜਾ ਵਧਾ ਵੀ ਦੇਣ ਤਾਂ ਵੀ ਉਹ ਖਰਚੇ ਨੂੰ ਕਿਤੇ ਨਾ ਕਿਤੇ ਪੂਰਾ ਨਹੀਂ ਕਰਦਾ। ਇਹ ਹਜੇ 2 ਟ੍ਰਿਲੀਅਨ ਦੀ ਗੱਲ ਹੋ ਰਹੀ ਹੈ, ਇਹਦੇ ਪਿੱਛੇ ਹੋਰ 2 ਟ੍ਰਿਲੀਅਨ ਖਰਚ ਕਰਨ ਦੀ ਪਲਾਨ ਡੈਮੋਕ੍ਰੇਟ ਦਾ ਜਿਹੜਾ ਲੈਫਟ ਵਿੰਗ ਹੈ ਉਹਨੇ ਸ਼ੁਰੂ ਕਰ ਦਿੱਤੀ ਹੈ। ਸੋ ਇਹ ਜਿਹੜਾ 4 ਟ੍ਰਿਲੀਅਨ ਸਪੈਂਡ ਕਰਨ ਦੀ ਇਨਫਰਾਸਟ੍ਰਕਚਰ ਤੇ ਸਿਰਫ 5 ਤੋਂ 10% ਖਰਚਣਾ, ਤੇ ਬਾਕੀ ਦਾ ਬਾਕੀ ਉਹ ਕਿਵੇਂ ਖਰਚਦੇ ਆ। ਜਿਵੇਂ ਜਿਹੜੀ ਗ੍ਰੀਨ ਡੀਲ ਹੈ, ਜਿਹੜਾ ਡੈਮੋਕ੍ਰੇਟ ਪਾਰਟੀ ਦਾ ਲੈਫਟ ਵਿੰਗ ਹੈ ਉਹ ਗ੍ਰੀਨ ਡੀਲ ਨੂੰ ਪੁਸ਼ ਕਰਦਾ ਹੈ, ਉਹਦਾ ਜਿਹੜਾ ਪ੍ਰਾਈਸ ਟੈਗ ਸੀ ਉਹ 90 ਟ੍ਰਿਲੀਅਨ ਦੇ ਕਰੀਬ ਹੈਗਾ ਵਾ। ਤੇ ਇਸ ਕਰਕੇ ਜਦੋਂ ਪ੍ਰੈਜ਼ੀਡੈਂਟ ਇਲੈਕਸ਼ਨ ਵੀ ਹੋ ਰਹੀ ਸੀ, ਜੋ ਬਾਈਡਨ ਜੀ ਨੂੰ ਡਿਬੇਟ ਦੇ ਦੌਰਾਨ ਪੁੱਛਿਆ ਗਿਆ ਕਿ ਤੁਸੀਂ ਗ੍ਰੀਨ ਡੀਲ ਦੀ ਸਪੋਰਟ ਕਰਦੇ ਹੋ, ਤੇ ਉਹਨਾਂ ਨੇ ਕਿਹਾ ਸੀ ਉਹ ਗ੍ਰੀਨ ਡੀਲ ਦੀ ਸਪੋਰਟ ਨਹੀਂ ਕਰਦੇ। ਪਰ ਅੱਜ ਪ੍ਰੈਜ਼ੀਡੈਂਟ ਬਣਨ ਤੋਂ ਬਾਅਦ ਉਹ ਇਕੱਠੀ ਗ੍ਰੀਨ ਡੀਲ ਲਿਆਉਣ ਦੀ ਬਜਾਏ ਪੀਸ ਬਾਏ ਪੀਸ, ਕਦੇ ਜੌਬ ਐਕਟ ਦੇ ਨਾਂ ਦੇ ਥੱਲੇ, ਕਦੇ ਇਨਫਰਾਸਟ੍ਰਕਚਰ ਦੇ ਥੱਲੇ, ਉਹ ਜਿਹੜਾ ਹੈਗਾ ਗ੍ਰੀਨ ਡੀਲ ਨੂੰ ਕਿਤੇ ਨਾ ਕਿਤੇ ਇੰਪਲੀਮੈਂਟ ਕਰਨਾ ਚਾਹੁੰਦੇ ਨੇ। ਉਹਦੇ ਵਿੱਚ ਸਪੈਸ਼ਲੀ ਜਿਹੜੇ ਮੇਜਰ ਪੈਸੇ ਹੈਗੇ ਨੇ ਉਹ ਇਲੈਕਟ੍ਰਿਕ ਕਾਰਾਂ 'ਤੇ ਸਪੈਂਡ ਕਰਨਾ ਚਾਹੁੰਦੇ ਨੇ। ਜਿਵੇਂ ਉਹਦੇ ਵਿੱਚ $174 ਬਿਲੀਅਨ ਜਿਹੜਾ ਹੈਗਾ ਉਹ ਇਲੈਕਟ੍ਰਿਕ ਕਾਰ 'ਤੇ। ਇਹ ਇਲੈਕਟ੍ਰਿਕ ਕਾਰ, ਇਹਦੇ ਬਾਰੇ ਹੋਰ ਸਟੱਡੀ ਕਰਨ ਦੀ ਲੋੜ ਹੈ ਬਈ ਕੀ ਇਹ ਵਾਕਈ এনवायरमेंट ਲਈ ਪੂਰੀਆਂ ਠੀਕ ਨੇ, ਕਿਉਂਕਿ ਇਹਨਾਂ ਦੇ ਵਿੱਚ ਜਿਹੜੀ ਬੈਟਰੀਜ਼ ਆ ਉਹ ਲੀਥੀਅਮ ਬੈਟਰੀ ਹੈ। ਉਹਦੇ ਵਿੱਚ ਸਾਰਿਆਂ ਨਾਲੋਂ ਵੱਡਾ ਪਹਿਲਾ ਨੈਗੇਟਿਵ ਤੇ ਇਹ ਹੈ ਕਿਉਂਕਿ ਜਿਹੜੇ ਅਸੀਂ ਅਮਰੀਕਾ ਚਾਹੁੰਦੇ ਹਾਂ ਕਿ ਸੈਲਫ ਡਿਪੈਂਡੈਂਟ ਹੋਈਏ। ਜਿਵੇਂ ਅੱਜ ਤੋਂ ਕੁਝ ਸਾਲ ਪਹਿਲਾਂ ਤੱਕ ਆਪਾਂ ਬਹੁਤਾ ਜਿਹੜਾ એનર્ਜੀ ਸੀ, ਸਪੈਸ਼ਲੀ ਜਿਹੜਾ ਕਰੂਡ ਆਇਲ ਹੈ, ਉਹ ਮਿਡਲ ਈਸਟ ਜਾਂ ਦੂਸਰੀ ਕੰਟਰੀਜ਼ ਤੋਂ ਖਰੀਦਦੇ ਸੀ, ਪਰ ਅੱਜ ਜਿਹੜਾ ਆਇਲ ਪ੍ਰੋਡਕਸ਼ਨ ਹੈਗੀ ਆ ਅਮਰੀਕਾ ਦੇ ਵਿੱਚ ਕਾਫੀ ਹੈ, ਨੈਚੁਰਲ ਗੈਸ ਦੀ ਸਾਡੀ ਪ੍ਰੋਡਕਸ਼ਨ ਬਹੁਤ ਆ, ਤੇ ਅਸੀਂ ਸੈਲਫ ਡਿਪੈਂਡੈਂਟ ਹੈਗੇ ਆ। ਪਰ ਅਗਰ ਬੈਟਰੀਜ਼ ਆਪਰੇਟਡ ਜਿਹੜੀਆਂ ਇਲੈਕਟ੍ਰਿਕ ਕਾਰਸ ਹੋਣਗੀਆਂ, ਕੀ ਅਸੀਂ ਉਹ ਅਮਰੀਕਨ ਡਿਪੈਂਡੈਂਟ ਰਹਾਂਗੇ? ਬਿਲਕੁਲ ਨਹੀਂ। ਅੱਜ ਜਿਹੜੀ ਹੈਗੀ ਆ ਤਕਰੀਬਨ 85% ਜਿਹੜੀਆਂ ਬੈਟਰੀਆਂ ਹੈਗੀਆਂ ਨੇ, 85 ਤੋਂ ਵੀ ਵੱਧ, ਉਹ ਚਾਈਨਾ ਦੇ ਵਿੱਚ ਬਣਾਈਆਂ ਜਾ ਰਹੀਆਂ ਨੇ।
ਅਮਰੀਕਾ ਦੇ ਵਿੱਚ ਅੱਜ ਸਿਰਫ 9% ਜਿਹੜੀ ਇਲੈਕਟ੍ਰਿਕ ਕਾਰ ਦੇ ਵਿੱਚ ਬੈਟਰੀ ਯੂਜ਼ ਹੁੰਦੀ ਹੈ ਉਹ ਬਣਦੀ ਹੈ। ਅਤੇ ਜਿਹੜਾ ਚਾਈਨਾ ਹੈਗਾ ਉਹਦਾ 2030 ਤੱਕ ਗੋਲ ਹੈ ਕਿ ਉਹ ਤਕਰੀਬਨ 80 ਤੋਂ 85 ਮੈਨੂਫੈਕਚਰਿੰਗ ਵੱਡੀਆਂ ਫੈਕਟਰੀਆਂ ਲਾਏਗਾ ਬੈਟਰੀਆਂ ਬਣਾਉਣ ਲਈ। ਅਤੇ ਉਹਨਾਂ ਦੇ ਕੋਲੇ ਉਹਨਾਂ ਦੇ ਵਿੱਚੋਂ 20 ਦੇ ਕਰੀਬ ਆਲਰੇਡੀ ਜਿਹੜੀਆਂ ਉਹਨਾਂ ਦੀਆਂ ਫੈਕਟਰੀਆਂ ਚੱਲ ਰਹੀਆਂ ਨੇ। ਅਮਰੀਕਾ ਦੇ ਵਿੱਚ ਜਿਹੜੇ ਅਸੀਂ ਆਤਮ ਨਿਰਭਰਤਾ ਦੀ ਗੱਲ ਕਰਦੇ ਹਾਂ, ਅਗਰ ਕਿਸੇ ਵੀ ਦੇਸ਼ ਦੀ ਜਿਹੜੀ ਸਿਕਿਉਰਿਟੀ ਹੈ ਉਹਦੇ ਲਈ ਤੁਹਾਡਾ ਆਤਮ ਨਿਰਭਰ ਹੋਣਾ ਬਹੁਤ ਜ਼ਰੂਰੀ ਹੈ। ਅਗਰ ਅਸੀਂ ਆਤਮ ਨਿਰਭਰ ਨਹੀਂ, ਕਿਸੇ 'ਤੇ ਡਿਪੈਂਡ ਕਰਦੇ ਹਾਂ, ਅਤੇ ਫਿਰ ਪਰਸਨਲ ਸਿਕਿਉਰਿਟੀ ਵੀ ਸਾਡੀ ਖਤਰੇ 'ਚ ਪੈ ਜਾਂਦੀ ਹੈ। ਇਹ ਆਮ ਹਿਊਮਨ ਬੀਇੰਗ, ਆਪਾਂ ਪਹਿਲਾਂ ਹਿਊਮਨ ਰਾਈਟਸ ਦੀ ਗੱਲ ਕੀਤੀ ਹੈ, ਇਹ ਇੱਕ ਸੱਚਾਈ ਹੈ। ਅਗਰ ਤੁਹਾਨੂੰ ਕਿਸੇ ਵੀ ਕੰਮ ਲਈ ਵਾਰ-ਵਾਰ ਕਿਸੇ 'ਤੇ ਡਿਪੈਂਡੈਂਟ ਕਰਨਾ ਪਏਗਾ ਅਤੇ ਤੁਸੀਂ ਆਤਮ ਨਿਰਭਰ ਪੂਰੇ ਸਿਕਿਉਰ ਨਹੀਂ ਹੋ ਸਕਦੇ। ਪਰ ਇਸ ਵੇਲੇ ਅਮਰੀਕਾ ਦੇ ਵਿੱਚ ਸਿਰਫ 3 ਫੈਕਟਰੀਆਂ ਚੱਲ ਰਹੀਆਂ ਨੇ, ਅਤੇ ਜਿਹੜਾ ਟਾਰਗੇਟ ਵੀ ਆ ਉਹ ਲੈਸ ਦੈਨ 30 ਤੱਕ ਜਾਣ ਦਾ। ਪਰ ਜਿਹੜਾ ਚਾਈਨਾ ਹੈ ਉਹ ਜ਼ਿਆਦਾ ਬੈਟਰੀਆਂ ਬਣਾਉਂਦਾ, ਅਮਰੀਕਾ ਸਿਰਫ 9% ਜਿਹੜੀਆਂ ਇਲੈਕਟ੍ਰਿਕ ਕਾਰ ਦੀਆਂ ਬੈਟਰੀਆਂ ਬਣਾਉਂਦੇ। ਅਤੇ ਦੂਸਰੀ ਗੱਲ, ਉਹਦੇ ਵਿੱਚ ਜਿਹੜੇ ਕੈਮੀਕਲਸ ਪੈਂਦੇ ਨੇ ਉਹ ਵੀ ਰੇਅਰਲੀ ਜਿਹੜੇ ਪ੍ਰੋਡਿਊਸ ਨੇ ਉਹ ਮੈਜੋਰਟੀ ਚਾਈਨਾ ਵਿੱਚ ਨੇ। ਸੋ ਬੋਟਮ ਲਾਈਨ ਇਹ ਹੈ, ਅਗਰ ਅਸੀਂ ਇਲੈਕਟ੍ਰਿਕ ਕਾਰਾਂ, ਚੰਗੀ ਚੀਜ਼ ਹੈ ਇਲੈਕਟ੍ਰਿਕ ਕਾਰਾਂ ਹੋਰ ਬਣਨ, ਪਰ ਇਹਦੇ 'ਤੇ ਹੋਰ ਸਟੱਡੀ ਦੀ ਲੋੜ ਹੈ, ਕਿਉਂਕਿ ਜਿਹੜੇ 'ਤੇ ਸਾਨੂੰ ਇੱਥੋਂ ਮੈਨੂਫੈਕਚਰਿੰਗ ਵਧਾਉਣ ਦੀ ਲੋੜ ਹੈ ਤਾਂ ਕਿ ਸਾਨੂੰ ਜਿਹੜੀਆਂ ਬੈਟਰੀਆਂ ਨੇ ਉਹ ਚਾਈਨਾ ਤੋਂ ਨਾ ਖਰੀਦਣੀਆਂ ਪੈਣ। ਅਗਰ ਅਸੀਂ ਡਿਪੈਂਡੈਂਟ ਕਰਾਂਗੇ ਚਾਈਨਾ 'ਤੇ, ਅਤੇ ਜਿਵੇਂ ਤੁਸੀਂ ਸਾਰਿਆਂ ਨੂੰ ਪਤਾ ਹੈ ਕਿ ਜਿਹੜੀ ਚਿਪ ਬਣਦੀ ਹੈ ਉਹਦੇ 'ਚ ਆਪਾਂ ਕਾਫੀ ਚਾਈਨਾ 'ਤੇ ਡਿਪੈਂਡੈਂਟ ਕਰਦੇ ਹਾਂ, ਤਾਈਵਾਨ 'ਤੇ ਡਿਪੈਂਡ ਕਰਦੇ ਹਾਂ। ਇਸ ਕਰਕੇ ਜਿਹੜੀਆਂ ਵੱਡੀਆਂ ਵੱਡੀਆਂ ਕੰਪਨੀਆਂ ਨੇ ਉਹਨਾਂ ਦੀ ਕਾਰ ਜਿਹੜੀ ਮੈਨੂਫੈਕਚਰਿੰਗ ਆ ਰੁਕੀ ਹੋਈ ਆ, ਘੱਟ ਲੈਵਲ 'ਤੇ ਹੋ ਰਹੀ ਆ, ਕਿਉਂਕਿ ਉਹ ਜਿਹੜੇ ਕਾਰਾਂ ਦੇ ਵਿੱਚ ਯੂਜ਼ ਜਿਹੜੀ ਚਿਪ ਹੁੰਦੀ ਆ ਉਹ ਸਪਲਾਈ ਜਿਹੜੀ ਉਹਦੀ ਹੈਗੀ ਆ ਡਿਮਾਂਡ ਨਾਲੋਂ ਬਹੁਤ ਘੱਟ ਹੈ। ਸੋ ਸੇਮ ਵੇ, ਅਗਰ ਅਸੀਂ ਇਲੈਕਟ੍ਰਿਕ ਕਾਰਾਂ ਸਾਡੀਆਂ ਕੰਪਨੀਆਂ ਬਣਾਉਣੀਆਂ ਵੀ ਚਾਹਣਗੀਆਂ ਅਤੇ ਉਹਨਾਂ ਦੇ ਕੋਲੇ ਐਨਫ ਬੈਟਰੀ ਨਾ ਹੋਣ ਕਰਕੇ, ਐਨਫ ਬੈਟਰੀਆਂ ਨਾ ਹੋਣ ਕਰਕੇ ਇੱਕ ਤਾਂ ਕਾਰਾਂ ਨਹੀਂ ਬਣਨਗੀਆਂ, ਅਤੇ ਦੂਸਰਾ ਚਾਈਨਾ 'ਤੇ ਪੂਰਾ ਸਾਨੂੰ ਡਿਪੈਂਡੈਂਟ ਹੋਣਾ ਪਏਗਾ। ਅਤੇ ਇਸ ਤੋਂ ਬਿਨਾਂ ਜਿਹੜਾ ਇਹ ਬਿੱਲ ਹੈ ਇਹਦੇ ਵਿੱਚ $400 ਬਿਲੀਅਨ ਕਰੀਬ ਸੀਨੀਅਰਸ ਅਤੇ ਡਿਸੇਬਲ 'ਤੇ ਖਰਚਣ ਦੀ ਗੱਲ ਕੀਤੀ ਜਾ ਰਹੀ ਹੈ। ਚੰਗੀ ਗੱਲ ਹੈ, ਸਾਡੇ ਜਿਹੜੇ ਨੇ ਜਾਂ ਜਿਹੜੇ ਡਿਸੇਬਲ ਨੇ ਉਹ ਵਿਚਾਰੇ ਪਰਮਾਤਮਾ ਦੇ ਵੱਲੋਂ ਉਹਨਾਂ ਨੂੰ ਇੱਕ ਸਜ਼ਾ ਹੀ ਕਹੀ ਜਾਂਦੀ ਜਦੋਂ ਡਿਸੇਬਲ ਬੰਦਾ ਹੋ ਜਾਂਦਾ। ਪਰ ਜਿਹੜੇ ਸੀਨੀਅਰ ਨੇ ਉਹਨਾਂ ਨੇ ਸਾਰੀ ਉਮਰ ਕੰਮ ਕੀਤਾ, ਉਹਨਾਂ ਦਾ ਦੇਖ ਵਗੈਰਾ ਕਰਨੀ, ਦੇਖ ਸੰਭਾਲ ਕਰਨਾ ਸਾਡਾ ਫਰਜ਼ ਹੈ। ਪਰ ਉਹ ਹੋਰ ਕਿਸੇ ਤਰੀਕੇ ਦੇ ਨਾਲ ਡਿਫਰੈਂਟ ਬਿੱਲ ਲਿਆ ਕੇ ਕੀਤਾ ਜਾਵੇ, ਨਾ ਕਿ ਜਿਹੜਾ ਲਿਬਰਲ ਏਜੰਡਾ ਹੈ ਉਹਨੂੰ ਜੋਬ ਐਕਟ ਦੇ ਥੱਲੇ ਲਿਆ ਕੇ ਪਾਸ ਕੀਤਾ ਜਾਵੇ। ਸੋ ਇਸ ਤੋਂ ਬਿਨਾਂ ਹੋਰ ਜਿਹੜਾ ਹੈਗਾ ਅਮਰੀਕਾ ਦੇ ਵਿੱਚ ਜਿਹੜਾ ਹੈਗਾ ਤਕਰੀਬਨ CBO ਰਿਪੋਰਟ ਮੁਤਾਬਕ 19 ਮਿਲੀਅਨ ਲੋਕੀ ਨੇ ਜਿਹੜੇ ਉਹ 50% ਆਪਣੇ ਘਰ 'ਤੇ ਖਰਚਾ ਕਰਦੇ ਨੇ। ਕਹਿਣ ਤੋਂ ਭਾਵ ਉਹਨਾਂ ਦਾ ਰੈਂਟ ਜਾਂ ਮੋਰਗੇਜ ਜਿਹੜੀ ਹੈਗੀ ਆ ਉਹਨਾਂ ਦੇ 50% ਇਨਕਮ ਦੇ ਬਰਾਬਰ ਆ। ਅਤੇ ਇਸ ਕਰਕੇ ਤਕਰੀਬਨ $250 ਬਿਲੀਅਨ ਜਿਹੜਾ ਹੈਗਾ ਪਲੱਸ ਹੋਰ $100 ਬਿਲੀਅਨ ਜਿਹੜਾ ਹੈਗਾ ਅਫੋਰਡੇਬਲ ਹਾਊਸਿੰਗ ਦੇ ਨਾਂ ਦੇ ਉੱਤੇ ਇੱਕ ਜਿਹੜਾ ਸੋਸ਼ਲਿਸਟ ਏਜੰਡਾ ਹੈ ਇਹ ਵਿੱਚ ਪਾਸ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਕਿਉਂਕਿ ਅਫੋਰਡੇਬਲ ਜਿਹੜੇ ਹਾਊਸ ਨੇ ਉਹ ਹੋਣੇ ਚਾਹੀਦੇ ਨੇ, ਪਰ ਉਹਨਾਂ ਦਾ ਜਿਹੜਾ ਸਟੇਟਸ ਨੇ ਉਹਨਾਂ ਨੂੰ ਅਧਿਕਾਰ ਦੇਣਾ ਚਾਹੀਦਾ, ਲੋਕੈਲਿਟੀਜ਼ ਨੂੰ ਦੇਣਾ ਚਾਹੀਦਾ। ਪਰ ਜਿਹੜਾ ਸਾਰਾ ਕੁਛ ਫੈਡਰਲਾਈਜ਼ ਕਰਨ ਦੀ ਗੱਲ ਕੀਤੀ ਜਾ ਰਹੀ ਆ ਉਹ ਕਿਤੇ ਨਾ ਕਿਤੇ ਡੇਂਜਰਸ ਹੈ, ਕਿਉਂਕਿ ਅਮਰੀਕਾ ਦੇ ਵਿੱਚ ਰਿਪਬਲਿਕ ਆਫ ਕੰਸਟੀਟਿਊਸ਼ਨ ਹੈ, ਡੈਮੋਕ੍ਰੇਸੀ ਨਹੀਂ। ਪਰ ਅੱਜ ਹਰ ਇੱਕ ਚੀਜ਼ ਨੂੰ ਜਿਹੜੀ ਡੈਮੋਕ੍ਰੈਟਿਕ ਪਾਰਟੀ ਹੈ ਉਹ ਫੁੱਲੀ ਡੈਮੋਕ੍ਰੇਸੀ ਵੱਲ ਨੂੰ ਜਾਣ ਦੀ ਕੋਸ਼ਿਸ਼ ਕਰ ਰਹੀ ਆ। ਇਸ ਕਰਕੇ ਜਿਹੜਾ ਹਾਊਸਿੰਗ ਦਾ ਹੈ ਇਹਦੇ 'ਤੇ ਬਿਲੀਅਨ ਡਾਲਰ, ਤਕਰੀਬਨ 500,000 ਲੋਕ ਜਿਹੜੇ ਹੈਗੇ ਨੇ ਅਮਰੀਕਾ ਦੇ ਵਿੱਚ ਉਹਨਾਂ ਕੋਲ ਘਰ ਨਹੀਂ ਹੈਗੇ, ਹੋਮਲੈਸ ਨੇ। ਹੋਮਲੈਸ ਇੱਕ ਪ੍ਰੋਬਲਮ ਹੈ, ਉਹਨੂੰ ਸੋਲਵ ਕਰਨ ਦੀ ਲੋੜ ਹੈ। ਪਰ ਅਗੇਨ ਕੀਪ ਸਪੈਂਡਿੰਗ ਮਨੀ, ਅਤੇ ਉਹਦੇ ਵਿੱਚੋਂ ਜਿਹੜੇ ਪੈਸੇ ਨੇ ਕਾਫੀ ਬਿਨਾਂ ਸ਼ੱਕ ਜਿਹੜੇ ਪੈਸੇ ਨੇ ਮਿਸਯੂਜ਼ ਤੇ ਮੈਂ ਨਹੀਂ ਕਹਾਂਗਾ, ਪਰ ਜਦੋਂ ਆਪਣੇ ਪੈਸੇ ਨਹੀਂ ਹੁੰਦੇ ਉਹਨਾਂ ਨੂੰ ਯੂਜ਼ ਕਰਨ ਲੱਗਿਆਂ ਬਹੁਤਾ ਧਿਆਨ ਨਹੀਂ ਦਿੱਤਾ ਜਾਂਦਾ। ਅਤੇ ਇਸ ਕਰਕੇ ਇਸ ਤੋਂ ਬਿਨਾਂ ਹੋਰ ਵੀ ਜਿਹੜੀ ਖਰਚੇ ਨੇ ਉਹ ਇਹਦੇ ਵਿੱਚ ਐਡ ਕੀਤੇ ਜਾ ਰਹੇ ਨੇ। ਸਾਡੇ ਕੋਲ ਹੋਰ ਟਾਈਮ ਨਹੀਂ, ਕਿਉਂਕਿ ਜਿਹੜਾ ਟਾਈਮ ਹੁੰਦਾ ਪ੍ਰੋਗਰਾਮ ਦਾ ਸਿਰਫ ਅੱਧਾ ਘੰਟਾ ਹੁੰਦਾ, ਅਤੇ ਅਗਲੇ ਵੀਕ ਅਸੀਂ ਇਹਦੀ ਕੰਟੀਨਿਊਟੀ ਰੱਖਾਂਗੇ ਅਤੇ ਹੋਰ ਜਿਹੜੀਆਂ ਨਵੀਆਂ ਘਟਨਾਵਾਂ ਹੋਣਗੀਆਂ ਉਹਨੂੰ ਲੈ ਕੇ ਅਮਰੀਕਨ ਪੋਲੀਟਿਕਸ ਦੇ ਵਿੱਚ ਤੁਹਾਡੇ ਖਿਦਮਤ ਦੇ ਵਿੱਚ ਹਾਜ਼ਰ ਹੋਵਾਂਗੇ। ਸੋ ਸਮਾਂ ਇਜਾਜ਼ਤ ਨਹੀਂ ਦਿੰਦਾ, ਸੋ ਇਸ ਲਈ
ਦਵਿੰਦਰ ਸਿੰਘ ਨੂੰ ਵਾਸ਼ਿੰਗਟਨ ਡੀਸੀ ਤੋਂ ਦਿਓ ਇਜਾਜ਼ਤ। ਸਾਰੇ ਹੀ ਸਰੋਤਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ।